So what had we studied yesterday? Layers of the soil. ठीक है, कल ਅਸੀਂ layers पढ़ी सी, O layer पढ़ी सी, ਉਹਦੇ ਬਾਅਦ A layer. Now E layer. What is E layer? Next layer below A layer is E layer. ਇਹ ਕਿੱਥੇ ਹੁੰਦੀ ਹੈ? 10 to 15 ਡੈਪਥ ਤੇ ਹੁੰਦੀ ਹੈ। ਫੰਕਸ਼ਨ ਇਹਦਾ ਕੀ ਹੁੰਦਾ ਹੈ? ਲੀਚਿੰਗ ਨਿਊਟ੍ਰੀਐਂਟਸ ਦਾ ਕੀ ਲੀਚਿੰਗ ਕੀ ਹੁੰਦੀ ਹੈ? ਜਿਹੜੇ ਕੱਲ ਮੈਂ ਤੁਹਾਨੂੰ ਕੀ ਦੱਸਿਆ ਸੀਗਾ ਕਿ ਸਪੋਜ਼ ਕਰੋ ਪਹਾੜੀ ਦੇ ਉੱਤੇ ਬਹੁਤ ਸਾਲ ਪਹਿਲਾਂ ਕੋਈ ਡਾਇਨਾਸੌਰ ਜਾਂ ਨਹੀਂ ਹਿਊਮਨ ਰਿਮੇਨਸ ਰਹਿ ਜਾਂਦੇ ਨੇ, ਠੀਕ ਹੈ, ਉਹ ਫਿਰ ਧੀਰੇ ਧੀਰੇ ਥੱਲੇ ਆਉਂਦੇ ਨੇ, ਸੈਡੀਮੈਂਟਸ ਨਾਲ ਮਿਲਦੇ ਨੇ, ਠੀਕ ਹੈ, ਉਹਦੇ ਨਾਲ ਕੀ ਹੁੰਦਾ ਨਾ, ਸੋਇਲ ਇਰੋਜਨ, ਇਰੋਡ ਹੋ ਕੇ ਥੱਲੇ ਆ ਕੇ ਕਿਸੇ ਵੀ ਚੀਜ਼ ਨਾਲ ਲੱਗਦੇ ਨੇ, ਜਾਂ ਤੇ ਸਮੁੰਦਰ 'ਚ ਬਹਿ ਜਾਂਦੇ ਨੇ ਜਾਂ ਰੌਕ ਬਣਾ ਦਿੰਦੇ ਨੇ, ਜਿਹਨੂੰ ਆਪਾਂ ਸੈਡੀਮੈਂਟਰੀ ਰੌਕਸ ਬੋਲਦੇ ਨੇ, ਠੀਕ ਹੈ। ਈ ਲੇਅਰ ਹੁੰਦਾ ਹੈ, ਈ ਲੇਅਰ ਦੇ ਉੱਤੇ ਲੀਚਿੰਗ ਹੁੰਦੀ ਹੈ, ਯਾਨੀ ਕਿ ਨਿਊਟ੍ਰੀਐਂਟਸ ਗੈਟਸ ਡਿਜ਼ੋਲਵਡ ਅਵੇ ਡਿਊ ਟੂ ਡਾਊਨਵਰਡ ਮੂਵਮੈਂਟ, ਠੀਕ ਹੈ। ਉਹੀ ਚੀਜ਼ ਜਿਹੜੀ ਮੈਂ ਕੱਲ ਦੱਸੀ ਸੀਗੀ, ਲੀਚਿੰਗ, ਤਾਂ ਕਿ ਡਾਊਨਵਰਡ ਮੂਵਮੈਂਟ ਜਿਹੜੇ ਵੀ ਨਿਊਟ੍ਰੀਐਂਟਸ ਨੇ ਉਹ ਡਿਜ਼ੋਲਵ ਹੋ ਜਾਂਦੇ ਨੇ। ਵਾਟ ਇਜ਼ ਨਿਊਟ੍ਰੀਐਂਟਸ? ਕੀ ਹੁੰਦੇ ਨੇ? ਹਾਂਜੀ, ਨਿਊਟ੍ਰੀਐਂਟਸ ਜਿਹੜੇ ਵੀ ਉੱਤੇ ਪਹਾੜ ਦੇ ਉੱਤੇ ਉਸ ਰੌਕ ਦੇ ਉੱਤੇ ਜੋ ਵੀ ਕੁਝ ਮਿਨਰਲਸ ਡੈਡ ਡਿਪੋਜ਼ਿਟ ਜਿਹੜੇ ਉਸ ਐਨੀਮਲ ਦੇ ਸੀਗੇ ਉਹਨੂੰ ਆਪਾਂ ਨਿਊਟ੍ਰੀਐਂਟਸ ਬੋਲਦੇ ਨੇ, ਠੀਕ ਹੈ। ਜਿਹੜੇ ਅੰਦਰ ਖਿੱਚੇ ਗਏ ਨੇ ਉਹਨੂੰ ਆਪਾਂ ਨਿਊਟ੍ਰੀਐਂਟਸ ਬੋਲਦੇ ਨੇ। ਜਿਹੜੇ ਅੰਦਰ ਖਿੱਚੇ ਗਏ ਨੇ ਉਹ ਅੰਦਰ ਹੀ ਅੰਦਰ ਨਿਊਟ੍ਰੀਐਂਟਸ ਬਣ ਜਾਂਦੇ ਨੇ। ਕਿਵੇਂ ਨਿਊਟ੍ਰੀਐਂਟ ਬਣਦੇ ਨੇ? ਅੰਦਰ ਹੀ ਅੰਦਰ ਜਦੋਂ ਬਣ ਜਾਂਦੇ ਨੇ ਫੋਸਿਲ ਬਣਦਾ ਤੇ ਉਹ ਪਦਾਰਥ ਬਣ ਜਾਂਦੇ ਨੇ, ਨਿਊਟ੍ਰੀਐਂਟ ਬਣ ਜਾਂਦੇ ਨੇ, ਠੀਕ ਹੈ। ਗੈਟਸ ਡਿਜ਼ੋਲਵਡ ਅਵੇ ਡਿਊ ਟੂ ਡਾਊਨਵਰਡ ਮੂਵਮੈਂਟ ਆਫ ਵਾਟਰ, ਕਿਉਂਕਿ ਫਿਰ ਉੱਤੇ ਬਾਰਿਸ਼ ਹੋਈ, ਬਾੜ ਆਈ, ਕੁਝ ਵੀ, ਤੇ ਜਦੋਂ ਡਾਊਨਵਰਡ ਮੂਵਮੈਂਟ ਆਫ ਵਾਟਰ, ਜਦੋਂ ਕੋਈ ਪਾਣੀ ਆਉਂਦਾ ਹੈ ਥੱਲੇ ਨੂੰ ਹੀ ਆਉਂਦਾ, ਕਿਤੇ ਹੋਰ ਤੇ ਨਹੀਂ ਉੱਤੇ, ਡਾਊਨਵਰਡ ਮੂਵਮੈਂਟ ਹੁੰਦੀ ਹੈ ਪਾਣੀ ਦੀ, ਉਹਦੇ ਨਾਲ ਇਹ ਨਿਊਟ੍ਰੀਐਂਟਸ ਲੈ ਕੇ ਥੱਲੇ ਆ ਜਾਂਦੇ ਨੇ। ਇਟ ਇਜ਼ ਲਾਈਟਰ ਇਨ ਕਲਰ, ਕਲਰ 'ਚ ਥੋੜੇ ਲਾਈਟ ਹੁੰਦੇ ਨੇ। ਜਦੋਂ ਉੱਤੇ ਸੀਗਾ ਡਾਰਕ ਬਰਾਊਨ ਸੀਗਾ, ਜਦੋਂ ਆਂਦੇ ਕਿਉਂਕਿ ਇਹਦੇ ਵਿੱਚ ਹੋਰ ਵੀ ਕਲਰਸ ਮਿਕਸ ਹੋ ਜਾਂਦੇ ਨੇ, ਸਿਰਫ ਉਹੀ ਡੈਡ ਪਲਾਂਟ ਜਾਂ ਐਨੀਮਲ ਤੇ ਨਹੀਂ, ਹੋਰ ਵੀ ਹਿਊਮਨ ਫੋਸਿਲ ਇਜ਼ ਰਿਮੇਨਸ, ਠੀਕ ਹੈ, ਤੇ ਉਹ ਸਾਰਾ ਕੁਝ ਥੱਲੇ ਨੂੰ ਆਉਂਦਾ ਹੈ। ਨੈਕਸਟ ਇਜ਼ ਬੀ ਲੇਅਰ। ਈ ਲੇਅਰ ਦੇ ਬਿਲੋ ਹੁੰਦੀ ਹੈ ਬੀ ਲੇਅਰ, ਤੇ ਐਟ 10 to 30 ਡੈਪਥ ਹੁੰਦੀ ਹੈ ਫੀਟ ਤੇ। ਇਹਨੂੰ ਆਪਾਂ ਸਬਸੋਇਲ ਵੀ ਕਹਿੰਦੇ ਨੇ, ਇਸ ਲੇਅਰ ਨੂੰ ਅਸੀਂ ਸਬਸੋਇਲ ਵੀ ਕਹਿੰਦੇ ਨੇ, ਤੇ ਇਹਦੇ ਵਿੱਚ ਵੀ ਮਿਨਰਲਸ ਹੁੰਦੇ ਨੇ ਜਿਹੜੇ A ਤੇ E ਲੇਅਰ ਤੋਂ ਆਏ ਨੇ ਥੱਲੇ ਨੂੰ। ਦਿਸ ਯੋਰ ਡਾਇਗਰਾਮ, ਠੀਕ ਹੈ। A ਤੇ E ਲੇਅਰ ਤੋਂ ਜਿਹੜੇ ਥੱਲੇ ਨੂੰ ਆਏ ਨੇ, ਇਹ ਦੇਖੋ, ਠੀਕ ਹੈ, ਤੇ ਇਹ ਚੀਜ਼ ਹੁੰਦੀ ਹੈ। ਇਹ ਥੱਲੇ ਨੂੰ ਜਿਹੜੇ ਆਏ ਨੇ ਇਹਨੂੰ ਆਪਾਂ ਫਿਰ ਨਿਊਟ੍ਰੀਐਂਟਸ ਦੇ ਨਾਲ ਵੀ ਬੋਲਦੇ ਨੇ, ਜਿਹੜੇ ਲੀਚਿੰਗ ਦੇ ਨਾਲ ਥੱਲੇ ਨੂੰ ਆਏ ਨੇ, ਤੇ ਉਹ ਹੁੰਦੇ ਨੇ B layer. Plant roots extend this horizon and moisture level in soil should be less than B layer. Subsoil is high. Subsoil high ਹੁੰਦੀ ਹੈ, ਇਹਦੇ ਚ potassium ਬਹੁਤ ਹੁੰਦਾ subsoil ਚ। High in clay and potassium possesses reddish or yellow color. Clay ਬਹੁਤ ਜ਼ਿਆਦਾ naturally, ਅਗਰ ਕੋਈ dead plants ਨੇ, remains ਨੇ, ਉਹਦੇ ਵਿੱਚ clay ਬਹੁਤ ਸਾਰੀ ਹੋ ਜਾਏਗੀ। ਇਹ ਦੇਖੋ ਕਿੰਨਾ clay, ਹੁਣ ਦੇਖੋ ਕਲਰ ਕਿਹਾ ਸੀ ਨਾ, ਸਭ ਤੋਂ ਪਹਿਲਾਂ ਡਾਰਕ ਬਰਾਊਨ ਸੀਗਾ, ਫਿਰ ਲਾਈਟ ਹੋ ਗਿਆ, ਹੁਣ ਹੋਰ ਲਾਈਟ ਹੋ ਗਿਆ, ਇੱਥੇ ਆਂਦੇ ਹੋਰ ਲਾਈਟ ਹੋ ਗਿਆ। ਇਹਦੇ ਚ ਕਲੇ, ਸਿਲਟ, ਇਹ ਦੇਖੋ ਰੌਕ ਬਣ ਗਈ, ਤੇ ਅਲੱਗ-ਅਲੱਗ ਲੇਅਰਸ ਬਣਦੀ ਜਾਂਦੀਆਂ ਨੇ। Next is C layers. This layer is found below B layer and mainly consists of broken parent rock. ਇਹਨੂੰ ਆਪਾਂ ਕਹਿੰਦੇ ਆ broken parent rock. ਇਹ ਦੇਖੋ ਟੁੱਟੀ ਹੋਈ ਹੈ ਪੈਰੈਂਟ ਰੌਕ, ਮਤਲਬ ਵੱਡੀ ਰੌਕ ਸੀਗੀ, ਉਹਦੇ ਉੱਤੇ ਜਿਹੜੀ ਰੌਕਸ ਨੇ ਜਿਹੜੀ ਉੱਤੇ ਟੁੱਟ ਕੇ ਅੰਦਰ ਨੂੰ ਆਈਆਂ ਨੇ, ਉਹ ਪੈਰੈਂਟ ਇਧਰੋਂ ਕੁਛ ਨਾ ਕੁਛ ਮਿਲਦਾ ਆਇਆ ਹੈ, ਤੇ ਇੱਥੇ ਆ ਕੇ ਪੈਰੈਂਟ ਬੈਡ ਰੌਕ ਬਣ ਗਈ ਹੈ। Like gravel, boulders, etc. It is found 30 to 48 feet depth. ਤੇ ਕਿਸੇ ਵੀ ਆਰਗੈਨਿਕ ਮੈਟਰ ਤੋਂ ਡਿਵੋਇਡ ਰਹਿੰਦਾ ਹੈ, ਕਿਉਂਕਿ ਉੱਤੇ ਹੀ ਸਾਰੇ ਆਰਗੈਨਿਕ ਮੈਟਰ ਨੇ। ਆਰਗੈਨਿਕ ਮੈਟਰ ਮਤਲਬ ਉਹੀ ਸਾਰੇ ਡੈਡ ਰਿਮੇਨਸ ਉੱਤੇ ਰਹਿ ਗਏ ਨੇ। ਜਦੋਂ ਹੁਣ ਪੱਥਰ ਬਣ ਚੁੱਕਿਆ, ਇਹਦੇ ਵਿੱਚ ਹੁਣ ਕੁਝ ਨਹੀਂ, ਬਿਲਕੁਲ ਹੀ ਹਾਰਡ ਹੋ ਜਾਂਦਾ, ਠੀਕ ਹੈ। ਤਾਂ ਇਹ ਉਹਦੇ ਤੋਂ ਜਿਹੜਾ ਬਾਕੀ ਸਮਾਨ ਸੀਗਾ, ਜਿੰਨਾ ਵੀ ਉੱਤੇ ਨਿਊਟ੍ਰੀਐਂਟ ਸੀ, ਉਹ ਤੋਂ ਡਿਵਾਈਡ ਹੋ ਜਾਂਦਾ, ਯਾਨੀ ਕਿ ਉਹ ਤੋਂ ਰਹਿ ਜਾਂਦਾ। ਇਟਸ ਕੰਪੋਜੀਸ਼ਨ ਸਟਰਕਚਰ ਟੈਲਸ ਅਸ
ਜਿਓਲੋਜੀਕਲ ਪ੍ਰੋਸੈਸਸ ਦੈਟ ਕ੍ਰੀਏਟਡ ਲੈਂਡਸਕੇਪ। ਇਹਨੂੰ ਇਹਦਾ ਜਿਹੜਾ ਸਟਰਕਚਰ ਹੈ ਉਹ ਦੱਸ ਦਿੰਦਾ ਕਿ ਕਿਹੋ ਜਿਹਾ ਜਿਓਲੋਜੀਕਲ ਇਹਦਾ ਲੈਂਡਸਕੇਪ ਬਣਿਆ, ਕਿਸ ਤਰ੍ਹਾਂ ਫਾਰਮ ਹੋਇਆ ਹੈ, ਕਿੰਨਾ ਸਖਤ ਹੈ, ਮਤਲਬ ਕਿੰਨੀ ਲੇਅਰਸ ਤੋਂ ਥੱਲੇ ਆਂਦਾ ਆਂਦਾ ਕਿੰਨੇ ਇਹਦੇ ਸਟਰਕਚਰ ਬਦਲ ਚੁੱਕੇ ਨੇ। The sea layer is less affected by biological and chemical processes going on in layers। ਇਹਨੂੰ ਇੰਨਾ ਜ਼ਿਆਦਾ ਫਰਕ ਨਹੀਂ ਪੈਂਦਾ, ਇਹਦੇ ਉੱਤੇ ਜਿਹੜੀ ਪ੍ਰੋਸੈਸ ਚੱਲਦੀ ਰਹਿੰਦੀ ਉਹ ਚੱਲਦੀ ਰਹਿੰਦੀ ਹੈ, ਇਹਦੇ ਉੱਤੇ ਫਿਰ ਇੰਨਾ ਅਸਰ ਨਹੀਂ ਪੈਂਦਾ ਹੈ ਬਾਕੀ ਸਾਰੀ ਚੀਜ਼ਾਂ ਦਾ, ਕਿਉਂਕਿ ਇਹ ਕੀ ਹੋ ਚੁੱਕਿਆ ਹੈ, ਦੁਬਾਰਾ ਦੇਖ ਲਓ, ਇਹ ਕੀ ਹੋ ਚੁੱਕਿਆ ਹੈ, ਇਹ ਬਿਲਕੁਲ ਹਾਰਡ ਪੱਥਰ ਹੋ ਚੁੱਕਿਆ ਹੈ। ਹੁਣ ਬਾਕੀ ਜਿਹੜੇ ਡਿਪੋਜ਼ਿਟਸ ਆ ਰਹੇ ਨੇ ਇਹਨਾਂ ਵਿੱਚ ਜਿੰਨੇ ਜਿੰਨੇ ਨਿਊਟ੍ਰੀਐਂਟਸ ਨੇ, ਮਿਨਰਲਸ ਨੇ, ਮੈਟਰ ਨੇ, ਗੈਸਸ ਨੇ, ਸੋਲਿਡ ਜਾਂ ਲਿਕੁਇਡ ਜਾਂ ਗੈਸ਼ੀਅਸ ਫਾਰਮਸ ਨੇ, ਉਹ ਜਦੋਂ ਪੱਥਰ ਦੇ ਉੱਤੇ ਟਕਰਾਉਂਦੇ ਨੇ ਅੰਦਰ ਕੁਝ ਨਹੀਂ ਜਾ ਪਾਉਂਦਾ ਕਿਉਂਕਿ ਉਹ ਸੋਲਿਡ ਫਾਰਮ ਬਣ ਚੁੱਕਿਆ। ਇੰਨਾ ਪੱਥਰ ਇੰਨਾ ਇਹਦਾ ਪੇਰੈਂਟ ਜਿਹੜਾ ਬੈਡ ਰੌਕ ਹੈ ਇੰਨਾ ਸਖਤ ਹੋ ਚੁੱਕਿਆ ਹੈ ਕਿ ਇਹਦੇ ਵਿੱਚ ਬਾਕੀ ਸਾਰੇ ਨਿਊਟ੍ਰੀਐਂਟਸ ਦਾ ਅਸਰ ਨਹੀਂ ਹੁੰਦਾ। ਇਹ ਗੱਲ ਸਮਝ ਆਈ? ਨਾਓ ਆਰ ਲੇਅਰ ਜਿਹੜੀ ਹੈਗੀ ਹੈ ਉਹ ਡੀਪੈਸਟ ਲੇਅਰ ਹੁੰਦੀ ਹੈ ਸੋਇਲ ਦੀ। ਇਹ 48 ਫੀਟ ਦੇ ਥੱਲੇ ਹੋਰ ਹੁੰਦੀ ਹੈ ਤੇ ਸੀ ਲੇਅਰ ਤੋਂ ਕੰਪੋਜ਼ ਹੁੰਦੀ ਹੈ। ਸੋਲਿਡ ਪੇਰੈਂਟ ਬੈਡ ਰੌਕ ਦੇ ਥਰੂ ਬਣ ਜਾਂਦੀ ਹੈ, ਮਤਲਬ ਕਿ ਇੰਨਾ ਉਹ ਸਖਤ ਹੋ ਜਾਂਦੀ ਹੈ ਲੇਅਰ ਕਿ ਇਹਦੇ ਉੱਤੇ ਹੁਣ ਕਿਸੇ ਵੀ ਹੋਰ ਚੀਜ਼ ਦਾ ਅਸਰ ਕਦੀ ਨਹੀਂ ਹੋ ਪਾਉਂਦਾ। ਇਹਦਾ ਜਿਹੜਾ ਕਲਰ ਹੈ ਉਹ ਮਿਨਰਲ ਜਿੰਨੀ ਕੰਪੋਜੀਸ਼ਨ ਰੌਕ ਦੇ ਉੱਤੇ ਜਿੰਨੀ ਕੰਪੋਜੀਸ਼ਨ ਹੁੰਦੀ ਜਾਏਗੀ ਨਾ ਉਸ ਪੱਥਰ ਦੇ ਉੱਤੇ ਉਹਦਾ ਕਲਰ ਡਿਫਾਈਨ ਕਰੇਗਾ, ਕਿਉਂਕਿ ਅਗਰ ਉਹ ਪੱਥਰ ਬਣ ਚੁੱਕਿਆ ਸਾਰਾ ਸੋਲਿਡ ਜਿਹੜਾ ਪੇਰੈਂਟ ਬੈਡ ਰੌਕ ਹੈ ਉਹਦੇ ਉੱਤੇ ਜਿੰਨਾ ਹੁਣ ਕੋਈ ਹੋਰ ਚੀਜ਼ ਪੈਂਦੀ ਜਾਏਗੀ ਉਸ ਹਿਸਾਬ ਦਾ ਉਹਦਾ ਕਲਰ ਬਣਦਾ ਜਾਏਗਾ। ਠੀਕ ਹੈ। ਨਾਓ ਨੈਕਸਟ ਇਜ਼ ਫੰਕਸ਼ਨਸ ਆਫ ਦਾ ਸੋਇਲ। ਫੰਕਸ਼ਨਸ ਆਫ ਦਾ ਸੋਇਲ ਕੀ ਹੁੰਦੇ ਨੇ? ਸੋਇਲ ਕਿੱਥੇ ਯੂਜ਼ ਹੁੰਦੀ ਹੈ ਨੈਚੁਰਲੀ? ਐਗਰੀਕਲਚਰ। ਸਭ ਤੋਂ ਜ਼ਿਆਦਾ ਸੋਇਲ ਐਗਰੀਕਲਚਰ 'ਚ ਹੁੰਦੀ ਹੈ। ਕਿਉਂ? ਕਿਉਂਕਿ ਪਲਾਂਟ ਦੀ ਗਰੋਥ ਲਈ ਬਹੁਤ ਜ਼ਰੂਰੀ ਹੁੰਦੀ ਹੈ। ਕੋਈ ਵੀ ਪਲਾਂਟ ਜਿਹੜਾ ਹੈਗਾ ਉਹ ਕਾਹਦੇ ਨਾਲ ਗਰੋ ਹੁੰਦਾ ਹੈ? ਸੋਇਲ ਦੇ ਨਾਲ। ਠੀਕ ਹੈ। ਸੋ ਸੋਇਲ ਇਜ਼ ਇੰਪੋਰਟੈਂਟ ਸਪੋਰਟ plant growth। it provides plant essential nutrients, water and air। naturally ਜਿਹੜੀ soil ਹੈਗੀ ਹੈ, ਜਦੋਂ ਵੀ ਤੁਸੀਂ ਇੱਥੇ ਖੇਤ ਵਗੈਰਾ ਦੇਖੇ ਨੇ ਉਹਨੂੰ ਬੋਇਆ ਜਾਂਦਾ, ਸਿੰਚਿਆ ਜਾਂਦਾ। ਕਿਉਂ? ਤਾਂ ਕਿ ਉਹਦੇ ਵਿੱਚ ਸਾਰੇ ਨਿਊਟ੍ਰੀਐਂਟਸ ਵਗੈਰਾ ਨੇ ਉਹ ਸਾਰੇ ਕੰਮ ਕਰਦੇ ਨੇ ਕਿਸੇ ਵੀ ਪਲਾਂਟ ਦੀ ਗਰੋਥ ਦੇ ਉੱਤੇ। ਅਗਰ soil ਹੈਗੀ ਹੈ ਤਾਂ ਹੀ ਕੋਈ ਪਲਾਂਟ ਗਰੋ ਕਰਦਾ, ਤਾਂ ਹੀ ਕੋਈ ਚੀਜ਼ ਗਰੋ ਕਰਦੀ ਹੈ। ਠੀਕ ਹੈ। the A layer of soil is very important for plant growth। ਜਿਹੜੀ A layer ਸੀ ਕਿ soil ਦੀ ਸਭ ਤੋਂ ਟੌਪ ਲੇਅਰ ਉਹ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਕਿਸੇ ਦੀ ਪਲਾਂਟ ਦੀ ਗਰੋਥ ਲਈ, ਕਿਉਂਕਿ ਅਗਰ ਜ਼ਮੀਨ ਤਾਂ ਹੀ ਕਹਿੰਦੇ ਕਿ ਦੇਖਦੇ ਉਪਜਾਊ ਭੂਮੀ ਹੈ ਕਿ ਨਹੀਂ, ਫਰਟਾਈਲ ਲੈਂਡ। ਠੀਕ ਹੈ। ਉਹ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਕਿਸੇ ਵੀ ਪਲਾਂਟ ਦੀ ਗਰੋਥ ਲਈ। ਨਾਓ ਰੋਲ ਇਨ ਨਿਊਟ੍ਰੀਐਂਟ ਸਾਈਕਲ। ਇੱਕ ਨਿਊਟ੍ਰੀਐਂਟ ਸਾਈਕਲ ਬਣਿਆ ਹੁੰਦਾ, ਉਹਦੀ ਕੀ ਹੁੰਦੀ ਹੈ, ਉਹਦੇ ਵਿੱਚ ਰੋਲ ਕੀ ਹੁੰਦਾ ਹੈ? ਫਰਟਾਈਲ soil is a renewable resource। ਇੱਕ ਹੁੰਦਾ ਰੀਨਿਊਏਬਲ ਐਂਡ ਨਾਨ ਰੀਨਿਊਏਬਲ ਰਿਸੋਰਸਸ। ਰੀਨਿਊਏਬਲ ਕਿਹੜਾ ਹੁੰਦਾ ਹੈ? ਜਿਹੜਾ ਚੱਲਦਾ ਰਹਿੰਦਾ ਹੈ। ਠੀਕ ਹੈ ਨਾ। ਰੀਨਿਊਏਬਲ ਰਿਸੋਰਸ as whatever nutrient absorbed by plant is ਰੀਜਨਰੇਟ ਹੋ ਜਾਂਦਾ ਹੈ, ਜਨਰੇਟ ਹੁੰਦਾ ਹੈ। ਠੀਕ ਹੈ। ਕਿਉਂਕਿ ਜਦੋਂ ਮਿਨਰਲ ਆਇਆ, ਫੋਸਿਲ ਫਿਊਲਸ ਆਏ, ਬਹੁਤ ਸਾਰੇ ਸੈਡੀਮੈਂਟਸ ਆਏ, ਉਹ ਦੁਬਾਰਾ ਰੀਸਾਈਕਲੇਬਲ ਮੋਡ 'ਚ ਹੋ ਜਾਂਦੇ ਨੇ ਤਾਂ ਕਿ ਕ੍ਰੀਏਸ਼ਨ ਬਣੀ ਰਹੇ। soil is a living entity and home of many soil organisms found। naturally ਉਹਦੇ ਉੱਤੇ ਬਹੁਤ ਸਾਰੇ ਆਰਗੇਨਿਜ਼ਮਸ ਹੁੰਦੇ ਨੇ। ਅਗਰ soil ਹੀ ਨਾ ਹੋਵੇ ਪਲਾਂਟ ਦੀ ਗਰੋਥ ਹੀ ਨਹੀਂ ਹੋਣੀ, ਕਿੱਥੇ ਪਲਾਂਟ ਉਗਾਵਾਂਗੇ ਅਸੀਂ? ਠੀਕ ਹੈ। ਤੇ soil ਜਿਹੜੀ ਹੁੰਦੀ ਹੈ ਉਹ ਬਹੁਤ ਵੱਡੀ ਇੱਕ ਲੇਅਰ ਹੁੰਦੀ ਹੈ, ਉਹਦੇ ਉੱਤੇ ਨਿਊਟ੍ਰੀਐਂਟਸ ਵੀ ਹੁੰਦੇ ਨੇ, ਮਿਨਰਲ ਵੀ ਹੁੰਦੇ ਨੇ, ਮਾਈਕਰੋ ਆਰਗੇਨਿਜ਼ਮ ਵੀ ਹੁੰਦੇ ਨੇ, ਛੋਟੇ ਛੋਟੇ ਮਕੌੜੇ ਵੀ ਹੁੰਦੇ ਨੇ। ਮਾਈਕਰੋ ਆਰਗੇਨਿਜ਼ਮਸ, ਮਾਈਕਰੋਸਕੋਪ ਕੀ ਹੁੰਦਾ ਹੈ? ਹਾਂ, ਜਦੋਂ ਲੈਬਸ ਵਗੈਰਾ 'ਚ ਟੈਸਟਿੰਗ ਨਹੀਂ ਹੁੰਦੀ ਮਾਈਕਰੋਸਕੋਪ, ਮਾਈਕਰੋ ਆਰਗੇਨਿਜ਼ਮ ਜਿਹੜੇ ਬਿਲਕੁਲ ਮਾਈਕਰੋ ਸਮੋਲੈਸਟ ਟਾਈਨੀਐਸਟ ਉਹ ਵੀ ਉਹਦੇ ਉੱਤੇ ਹੁੰਦੇ ਨੇ। ਠੀਕ ਹੈ। ਸੋ ਥੀਸ ਆਰਗੇਨਿਜ਼ਮਸ ਫਾਰਮ ਅ ਡੈਟਰੀਸ ਫੂਡ ਵੈਬ ਐਂਡ ਕਨਵਰਟ ਡੈਟਰੀਸ ਬੈਕ ਟੂ ਹਿਊਮਸ। ਇਹ ਸਾਰੇ ਮਾਈਕਰੋ ਆਰਗੇਨਿਜ਼ਮਸ ਇੱਕ ਇਹੋ ਜਿਹਾ ਵੈਬ ਬਣਾਉਂਦੇ ਨੇ ਫੂਡ ਚੇਨ ਦਾ, ਉਹ ਵਾਪਸ ਉਹ ਨਿਊਟ੍ਰੀਐਂਟ ਬਣ ਜਾਂਦਾ ਹੈ। In this way, nutrients trapped in dead animals, plant bodies and bio-waste are released back in the soil। एक chain बन गई, एक recycle बन गया। ठीक है। ਉਹੀ ਸਾਰਾ dead remains ਜਿਹੜੇ plant ਦੇ ਸੀਗੇ, animal ਦੇ ਸੀਗੇ, human ਦੇ ਸੀਗੇ, ਕਿਸੇ ਵੀ ਚੀਜ਼ ਦੇ ਸੀਗੇ, ਉਹ ਸਾਰੇ nutrients soil ਨੇ ਖਿੱਚ ਲਏ ਤੇ ਉਹੀ manure, fertilizer ਬਣ ਕੇ ਉਹ plant ਦੀ growth ਵਿੱਚ ਕੰਮ ਆਉਂਦਾ। Next is regulate the water। Soil just not only provides water to plant but a healthy soil also absorbs lot of water। एक healthy soil, कोई fertile उपजाऊ भूमि
जिन्ना पानी डालो उन्हें अंदर सोख कर लेना, खिंच लेना। यह सब तो बड़ा एक फंक्शन होता है कि सॉइल, अच्छी भूमि, उपजाऊ भूमि ढेर सारा पानी भी अब्जॉर्ब कर लेंदी, खिंच लेंदी है। absorbs a lot of water and slowly recharge underground aquifers। underground अंदर ही अंदर भूमि ਦੇ ਬਿਲਕੁਲ ਅੰਦਰ ਹੀ ਅੰਦਰ ਬਹੁਤ ਸਾਰੇ ਇਹੋ ਜਿਹੇ ਬੈਡਸ ਬਣੇ ਨੇ, ਛੋਟੇ ਛੋਟੇ ਐਕਵਾਫਾਇਰਸ ਬਣੇ ਨੇ ਜਿਹਦੇ ਵਿੱਚ ਪਾਣੀ ਸਟੋਰ ਹੁੰਦਾ ਹੈ। ਕਾਹਦੇ ਲਈ ਸਟੋਰ ਹੁੰਦਾ ਹੈ? ਸੋਚੋ ਕਾਹਦੇ ਲਈ ਸਟੋਰ ਹੁੰਦਾ ਹੋਣਾ ਪਾਣੀ? ਤਾਂ ਕਿ ਵਾਪਸ ਉਸ ਪਲਾਂਟ ਦੀ ਗਰੋਥ ਨੂੰ ਸਟੈਂਡ ਕਰ ਸਕੇ। ਪਲਾਂਟਸ ਸੋਇਲ ਦੇ ਉੱਤੇ ਹੀ ਹੈਗੇ ਨੇ, ਜਿਹੜੀ ਵੀ ਚੀਜ਼ ਉਗਾਈ ਹੈ ਸੋਇਲ ਦੇ ਉੱਤੇ ਹੈਗੀ, ਉਹਨੂੰ ਨਿਊਟ੍ਰੀਐਂਟ ਦੇ ਸਕੇ, ਉਹਨੂੰ ਖਾਦ ਦੇ ਸਕੇ, ਉਹਨੂੰ ਉਪਜਾਊ ਚੀਜ਼ ਦੇ ਸਕੇ। ਪਲਾਂਟ ਪਾਣੀ ਨਾਲ ਹੀ, ਅਗਰ ਕੋਈ ਬੰਜਰ ਭੂਮੀ ਹੋਏ ਉੱਤੇ ਕੁਝ ਉੱਗੇਗਾ ਨਹੀਂ, ਫਰਟਾਈਲ ਸੋਇਲ ਦੇ ਉੱਤੇ ਉੱਗੇਗਾ ਜਿਹੜਾ ਪਾਣੀ ਨੂੰ ਵੀ ਸੋਖਦਾ ਹੈ। In this way it also regulates flood disaster, even heavy rainfall ਵਗੈਰਾ ਨੂੰ ਵੀ ਖਿੱਚ ਲੈਂਦਾ। ਕੱਲ ਮੀਂਹ ਪਿਆ ਸੀ, ਠੀਕ ਹੈ, ਇੱਥੇ ਖੇਤ ਹੀ ਖੇਤ ਨੇ, ਪਾਣੀ ਖੜਿਆ ਤਾਂ ਨਹੀਂ ਤੁਹਾਨੂੰ ਦਿਖੇਗਾ, ਖੇਤਾਂ ਨੇ ਖਿੱਚ ਲੈਣਾ ਪਾਣੀ ਨੂੰ, ਅਬਜ਼ੌਰਬ ਕਰ ਲੈਣਾ ਪਾਣੀ ਨੂੰ, ਕਿਉਂਕਿ ਉਹਦੀ ਕੁਆਲਿਟੀ ਇਹੋ ਜਿਹੀ ਹੁੰਦੀ, ਫਰਟੀਲਿਟੀ ਇਹੋ ਜਿਹੀ ਹੁੰਦੀ ਸੋਇਲ ਦੀ ਕਿ ਉਹਨੇ ਪਾਣੀ ਨੂੰ ਖਿੱਚ ਲੈਣਾ। ਕਦੀ ਅਬਜ਼ਰਵ ਕਰ ਲਓ, ਕਦੇ ਆਉਂਦੇ ਜਾਂਦੇ ਖੇਤ ਹੀ ਖੇਤ ਹੁੰਦੇ ਨੇ, ਅਬਜ਼ਰਵ ਕਰੋ ਅਗਰ ਮੀਂਹ ਪਿਆ ਉਹਦੇ ਬਾਅਦ ਤੁਹਾਨੂੰ ਦਿਖੇਗਾ ਪਾਣੀ ਖੜਿਆ ਨਹੀਂ, ਧਰਤੀ ਨੇ ਪਾਣੀ ਨੂੰ ਖਿੱਚ ਲੈਣਾ। ਨੈਕਸਟ ਇਜ਼ purification of underground। A healthy soil possesses negatively charged organic matter consistent of highly molar mass human fraction। These components of soil absorb many heavy metals entered in rainfall from landfill and contaminated sites। ਇਹ ਚੀਜ਼ ਕੀ ਹੁੰਦੀ ਹੈ? ਪਿਊਰੀਫਿਕੇਸ਼ਨ ਆਫ ਗਰਾਊਂਡ ਵਾਟਰ। ਇਹਦੇ ਵਿੱਚ ਇੰਨੀ ਸ਼ਕਤੀ ਹੁੰਦੀ ਹੈ, ਆਰਗੈਨਿਕ ਮੈਟਰ ਇਹੋ ਜਿਹਾ ਹੁੰਦਾ ਹੈ, ਕਈ ਮੋਲਰ ਮਾਸਸ ਹੁੰਦੇ ਨੇ, ਚਾਹੇ ਹਿਊਮਨ ਫ੍ਰਿਕਸ਼ਨ ਤੋਂ ਬਣੇ ਹੋਣ, ਐਨੀਮਲ ਤੋਂ ਹੋਣ, ਪਲਾਂਟ ਤੋਂ ਹੋਣ, ਇਹੋ ਜਿਹੇ ਹੁੰਦੇ ਨੇ ਕਿ ਇਹ ਸੋਇਲ ਦਾ ਅਬਜ਼ਰਵ ਕਰ ਲੈਂਦਾ ਹੈ। ਅਬਜ਼ਰਵ ਕਰ ਲੈਣਾ ਕੀ ਚੀਜ਼? ਹੈਵੀ ਮੈਟਲਸ ਐਂਟਰਡ ਥਰੂ ਰੇਨ ਵਾਟਰ। ਰੇਨ ਵਾਟਰ ਦੇ ਥਰੂ ਅਗਰ ਕੋਈ ਹੈਵੀ ਮੈਟਲ ਆਇਆ ਉਹ ਵੀ ਖਿੱਚਣ ਦੀ ਸ਼ਕਤੀ ਰੱਖਦਾ ਹੈ। ਉਹਦੇ ਇਲਾਵਾ ਕਈ ਤਰ੍ਹਾਂ ਦੇ ਕੰਟੈਮੀਨੇਟਡ ਸਾਈਟ ਤੋਂ ਵੀ ਜਿਹੜਾ ਚੀਜ਼ ਆ ਗਈ ਹੈ ਉਹ ਵੀ ਅੰਡਰਗਰਾਉਂਡ ਖਿੱਚ ਲੈਂਦਾ ਹੈ। ਗੰਦਾ ਪਾਣੀ, ਤੁਸੀਂ ਕਹਿੰਦੇ ਕਿਚੜ ਵਾਲਾ ਪਾਣੀ ਹੋ ਗਿਆ ਉਹ, ਅਗਰ ਕੋਈ ਇਹੋ ਜਿਹੀ ਭੂਮੀ ਦੇ ਉੱਤੇ ਗਿਰੇ ਪਾਣੀ, ਸਾਡੀ ਧਰਤੀ ਤੇ ਇੰਨੀ ਸ਼ਕਤੀ ਹੈ ਕਿ ਉਹ ਵੀ ਸਾਰਾ ਕੁਝ ਖਿੱਚ ਲੈਂਦਾ, ਉਹਨੂੰ ਵੀ ਮੈਨਿਓਰ 'ਚ ਕਨਵਰਟ ਕਰ ਲੈਂਦਾ, ਚਾਹੇ ਗੰਦਾ ਪਾਣੀ ਹੋਵੇ, ਚਾਹੇ ਕਿਚੜ ਵਾਲਾ ਪਾਣੀ ਹੋਵੇ, ਠੀਕ ਹੈ, ਜਾਂ ਕੋਈ ਹਿਊਮਨ ਫ੍ਰੈਕਸ਼ਨ ਗਿਰੀ ਹੋਵੇ ਜਾਂ ਕੰਟੈਮੀਨੇਟਡ ਸਾਈਟਸ ਦਾ ਪਾਣੀ ਹੋਵੇ। In many secret groves, the underground is so pure that it does not require any further treatment। ਕਈ secret groves ਇਹੋ ਜਿਹੇ ਹੁੰਦੇ ਨੇ, ਉਹ ਇੰਨੇ ਪਿਓਰ ਪਹਿਲਾਂ ਹੀ ਤੋਂ ਹੀ ਹੁੰਦੇ ਨੇ ਕਿ ਉਹਨਾਂ ਨੂੰ ਕਿਸੇ ਫਰਦਰ ਟ੍ਰੀਟਮੈਂਟ ਦੀ ਜ਼ਰੂਰਤ ਨਹੀਂ ਪੈਂਦੀ। ਨੈਕਸਟ ਇਜ਼ ਪ੍ਰੋਡਿਊਸਿੰਗ ਕਲੇ। ਨੈਚੁਰਲੀ ਕਲੇ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਕਾਹਦੇ ਲਈ? ਬੱਚੇ ਬੋਲੋ। ਇੱਟਾਂ ਕਿੱਥੋਂ ਬਣਦੀਆਂ ਨੇ? ਗਿੱਲੀ ਕਲੇ ਤੋਂ ਬਣਦੀਆਂ ਨੇ, ਠੀਕ ਹੈ। ਉਹਦੇ ਇਲਾਵਾ ਬ੍ਰਿਕਸ, ਅਰਦਨ ਵਾਇਰ, ਸਿਮੈਟਰੀਜ਼, ਕਈ ਵਾਰੀ ਬੋਨ ਚਾਈਨਾ ਦੇ ਸੈੱਟ, ਕਈ ਵਾਰੀ ਇਹੋ ਜਿਹੇ ਬਰਤਨ ਹੁੰਦੇ ਨੇ ਜਿਹੜੇ ਕਹਿੰਦੇ ਨੇ ਕਲੇ ਤੋਂ ਬਣੇ, ਕਲੇ ਪੋਟਰੀ, ਠੀਕ ਹੈ। ਉਹਦੇ ਇਲਾਵਾ ਵੇਜ਼, ਫਲਾਰ ਵੇਜ਼, ਫੂਲਦਾਨ ਵਗੈਰਾ ਹੁੰਦੇ ਨੇ ਜਿਹੜੇ ਕਹਿੰਦੇ ਇਹ ਤਾਂ ਟੁੱਟੇ ਨਾ, ਧਿਆਨ ਨਾਲ, ਇਹ ਮਿੱਟੀ ਦਾ ਬਣਿਆ, ਠੀਕ ਹੈ। ਘੜੇ ਕਿੱਥੋਂ ਬਣਦੇ ਨੇ? ਠੀਕ ਹੈ ਨਾ, ਉਹ ਕਲੇ ਤੋਂ ਬਣਦੇ ਨੇ। ਉਹ ਜੀ ਕਲੇ ਹੁੰਦੀ, ਉਹ ਜੀ ਧਰਤੀ ਦੀ ਇੱਕ ਕਲੇ ਦੀ ਇੱਕ ਇਹੋ ਜਿਹੀ ਕੁਆਲਿਟੀ ਹੁੰਦੀ ਕਿ ਬਣਾ ਲੈਂਦੀ ਨੇ, ਠੀਕ ਹੈ। ਬ੍ਰਿਕਸ ਬਣਦੀਆਂ ਨੇ, ਠੀਕ ਹੈ। ਕਲੇ ਇਜ਼ ਇੰਪੋਰਟੈਂਟ ਰॉ ਮਟੀਰੀਅਲ ਯੂਜ਼ਡ ਟੂ ਮੈਨੂਫੈਕਚਰ ਸੀਮੈਂਟ, ਬ੍ਰਿਕਸ, ਅਰਦਨਵੇਅਰ ਉਹੀ ਜਿਹੜੇ ਮਿੱਟੀ ਦੇ ਘੜੇ ਵਗੈਰਾ, ਐਂਡ ਸੈਰਾਮਿਕਸ ਜਿਹੜੀ ਕਈ ਪਲੇਟਾਂ ਹੁੰਦੀਆਂ ਨੇ, ਨਹੀਂ ਤਾਂ ਬੋਨ ਚਾਈਨਾ का बना है, ध्यान से टूट ना जाए ਕਹਿੰਦੇ ਹੋ ਨਾ, ਉਹ ਸਾਰਾ ਕੁਝ। ਫਰਟਾਈਲ ਸੋਇਲ ਕੈਨ ਰੀਜਨਰੇਟ ਕਲੇ ਟੇਕਨ ਅਵੇ ਫਰਮ ਮਾਈਨਿੰਗ ਆਪਰੇਸ਼ਨਸ ਥਰੂ ਮਿਨੀਮਾਈਜ਼ ਆਫ ਹਿਊਮਸ ਵਗੈਰਾ। ਇਹਨਾਂ ਤੋਂ ਮਤਲਬ ਬਹੁਤ ਹੀ ਤਰੀਕੇ ਨਾਲ ਉਹ ਚੀਜ਼ ਬਣਦੀ ਹੈ। ਹਿਊਮਸ ਉਹਨੂੰ ਸੁਖਾ ਕੇ ਕਿਸ ਤਰ੍ਹਾਂ ਮੈਨੂਫੈਕਚਰ ਹੁੰਦਾ ਹੈ। ਕਲੇ ਇਜ਼ ਰॉ ਮਟੀਰੀਅਲ, ਠੀਕ ਹੈ। ਉਹਦੇ ਵਿੱਚ ਹਿਊਮਸ, ਹਿਊਮਿਡਿਟੀ ਤੇ ਬਾਕੀ ਸਾਰੀ ਚੀਜ਼ਾਂ ਨੂੰ ਕਿਸ ਤਰ੍ਹਾਂ ਫਾਰਮੂਲੇਟ ਹੋ ਕਰ ਉਹ ਸਾਰੀ ਖੂਬਸੂਰਤ ਚੀਜ਼ਾਂ ਕ੍ਰੀਏਟ ਹੁੰਦੀਆਂ ਨੇ। ਨੈਕਸਟ ਇਜ਼ ਕਾਰਬਨ sequestration। Due to slow decomposition of organic carbon present in rich soils hold as much 3 times more carbon that present in the atmosphere of live plants। Decomposition ਕੀ ਹੁੰਦੀ ਹੈ? ਜਦੋਂ slow decomposition, ਜਿਸ ਤਰ੍ਹਾਂ ਉਹੀ ਚੀਜ਼ ਮੈਂ ਤੁਹਾਨੂੰ ਦੱਸੀ ਸੀ, ਕੋਈ dead animal ਵਗੈਰਾ ਜਿਹੜਾ ਬਹੁਤ ਹਜ਼ਾਰਾਂ ਸਾਲ ਤੋਂ ਬੜਾ slowly decompose ਜਿਹੜਾ ਹੁੰਦਾ ਹੈ,
ਉਹਦੇ ਅੰਦਰ ਕਾਰਬਨ ਡਾਈਆਕਸਾਈਡ ਆਕਸੀਜਨ ਪਤਾ ਨਹੀਂ ਕਿੰਨੇ ਮੈਟਰਸ ਮਟੀਰੀਅਲ ਹੁੰਦੇ ਜਿਹੜੀ ਸਲੋ ਡੀਕੰਪੋਜੀਸ਼ਨ ਦੇ ਥਰੂ ਜਿਹੜਾ ਅੰਦਰ ਜਾਂਦਾ ਉਹ ਚੀਜ਼ ਇਹ ਹੁੰਦੀ ਹੈ ਡੀਕੰਪੋਜੀਸ਼ਨ ਸੋਇਲ ਆਰਗੈਨਿਕ ਮੈਟਰ ਬੈਕ ਟੂ CO2 CO2 ਕੀ ਹੁੰਦਾ ਹੈ ਕਾਰਬਨ ਡਾਈਆਕਸਾਈਡ ठीक है depends on many factors like temperature moisture physical separation of soil particles and separation between plant root decomposition बहुत सारी चीजों ਦੇ ਉੱਤੇ ਮੈਟਰ ਕਰਦੀ ਹੈ ਕਾਰਬਨ ਡਾਈਆਕਸਾਈਡ is CO2 oxygen is O2 ਆਕਸੀਜਨ ਪਲੱਸ ਕਾਰਬਨ ਡਾਈਆਕਸਾਈਡ ਜਦੋਂ ਮਿਲਦੀ ਹੈ ਠੀਕ ਹੈ ਤਾਂ ਡੀਕੰਪੋਜੀਸ਼ਨ ਦੀ ਲੇਅਰਸ ਫ੍ਰੈਗਮੈਂਟ ਹੋ ਜਾਂਦੀਆਂ ਨੇ ਅਲੱਗ-ਅਲੱਗ ਹੋ ਜਾਂਦੀ ਸੈਗਰੀਗੇਟ ਹੋ ਜਾਂਦੀ ਹੈ whenever CO2 and O2 ਕਾਰਬਨ ਡਾਈਆਕਸਾਈਡ ਐਂਡ ਆਕਸੀਜਨ ਇਕੱਠੇ ਆਉਂਦੇ ਨੇ ਉੱਤੋਂ ਹਿਊਮਸ ਹੈ ਹਿਊਮਿਡਿਟੀ ਹੈ ਫॉर एग्जांपल ਮੀਂਹ ਵੀ ਪੈ ਰਿਹਾ ਹੈ ਮੀਂਹ ਪਿਆ ਸਨ ਨਿਕਲ ਆਇਆ ਠੀਕ ਹੈ ਅਚਾਨਕ ਪਾਣੀ ਪਿਆ ਫਿਰ ਧੁੱਪ ਨਿਕਲ ਆਈ ਉਹਦੇ ਜਿਹੜੇ ਆਰਗੈਨਿਕ ਮੈਟਰਸ ਨੇ 에ਅਰ ਦੇ ਕੰਟੈਂਟ ਨਾਲ ਕਾਰਬਨ ਡਾਈਆਕਸਾਈਡ ਨਾਲ ਆਕਸੀਜਨ ਨਾਲ ਬਾਰਿਸ਼ ਨਾਲ ਧੁੱਪ ਨਾਲ ਕਿੰਨੀ ਫ੍ਰੈਗਮੈਂਟਸ ਚ ਡਿਵਾਈਡ ਹੋ ਜਾਂਦਾ ਹੈ broken down into many fragments ਹੋ ਜਾਂਦਾ ਹੈ ਕਈ ਫ੍ਰੈਗਮੈਂਟਸ ਚ ਡਿਵਾਈਡ ਤੇ ਉਹਨਾਂ ਦੀ ਸਲੋ ਡੀਕੰਪੋਜੀਸ਼ਨ ਹੋ ਸਕਦਾ ਉਹਦੇ ਵਿੱਚ ਮਿਨਰਲ ਨਿਊਟ੍ਰੀਐਂਟ ਕੋਈ ਇਹੋ ਜਿਹਾ ਹੋਵੇ ਜਿਹਨੇ ਸਲੋ ਡੀਕੰਪੋਜ਼ ਕਰਨਾ ਹੋਵੇ ਕੋਈ ਮਿਨਰਲ ਮਟੀਰੀਅਲ ਇਹੋ ਜਿਹਾ ਹੋਵੇ ਜਿਹਦੇ ਫਾਸਟ ਹੋਏ ਤਾਂ ਅਲੱਗ-ਅਲੱਗ ਫ੍ਰੈਗਮੈਂਟਸ ਵਿੱਚ ਉਹ ਡੀਕੰਪੋਜੀਸ਼ਨ ਸਟਾਰਟ ਹੋ ਜਾਂਦੀ ਹੈ ਠੀਕ ਹੈ ਤਾਂ ਹੀ ਉਹਨੂੰ ਕਹਿੰਦੇ ਕਿ ਕਾਰਬਨ ਸੀਕੁਐਂਸਾਈਜੇਸ਼ਨ ਸੀਕੁਐਂਸ ਚ ਕਾਰਬਨ ਜਿਹੜਾ ਹੈਗਾ ਅਲੱਗ-ਅਲੱਗ ਤਰੀਕੇ ਨਾਲ ਡੀਕੰਪੋਜ਼ ਹੁੰਦਾ ਹੈ It is observed that degradation of ecosystem supported by soil disturb dynamic of soil organic matter. Decomposition and net carbon is released in the atmosphere in comparison to intact ecosystem. ਕਈ ਵਾਰੀ ecosystem ਦੇ ਉੱਤੇ ਇੰਨਾ ਕੁਝ ਹੁੰਦਾ ਹੈ ਅਲੱਗ-ਅਲੱਗ ਚੀਜ਼ਾਂ ਜਿਸ ਤਰ੍ਹਾਂ ਮੈਂ ਹੁਣੇ ਤੁਹਾਨੂੰ ਦੱਸਿਆ ਸੀਗਾ ਫ੍ਰੈਗਮੈਂਟਾਈਜ਼ ਹੋ ਜਾਂਦੀ ਹੈ ਅਲੱਗ-ਅਲੱਗ ਡੀਕੰਪੋਜੀਸ਼ਨਸ ਹੋ ਜਾਂਦੀ ਹੈ ਕਈ ਵਾਰੀ ਇਹੋ ਜਿਹਾ ਹੁੰਦਾ ਕਿ ਡੀਜਨਰੇਸ਼ਨ ਇੱਕ ਹੁੰਦਾ ਜਨਰੇਸ਼ਨ ਜਿਹੜੀ ਚੀਜ਼ ਜਨਰੇਟ ਕਰਨਾ ਡੀਜਨਰੇਸ਼ਨ ਉਹਨੂੰ ਡੀਕੰਪੋਜ਼ ਅਲੱਗ-ਅਲੱਗ ਕਰਨਾ ਟੁਕੜੇ-ਟੁਕੜੇ ਹੋ ਜਾਣਾ ਅਲੱਗ-ਅਲੱਗ ਇਕੋਸਿਸਟਮ ਦਾ ਇਹੋ ਜਿਹਾ ਇੱਕ ਲੌਜੀਕਲ ਬੈਲੈਂਸ ਬਣ ਜਾਂਦਾ ਹੈ ਐਟਮੋਸਫੀਅਰ 'ਚ ਕਿ ਅਲੱਗ-ਅਲੱਗ ਤਰੀਕੇ ਨਾਲ ਉਹ ਚੀਜ਼ ਡੀਕੰਪੋਜ਼ ਹੁੰਦੀ ਹੈ ਇੰਨੀ ਗੱਲ ਪਤਾ ਲੱਗੀ ਨੈਕਸਟ ਹੈਗਾ ਤੁਹਾਡਾ ਲੈਂਡ ਡੀਗ੍ਰੇਡੇਸ਼ਨ ਕੀ ਹੁੰਦਾ ਹੈ ਆਪਾਂ ਦੇਖਾਂਗੇ ਕਿ ਕਾਜ਼ਸ ਆਫ ਲੈਂਡ ਡੀਗ੍ਰੇਡੇਸ਼ਨ ਕਿਸ ਤਰ੍ਹਾਂ ਹੁੰਦੀ ਹੈ ਸਭ ਤੋਂ ਪਹਿਲੀ ਚੀਜ਼ ਹੁੰਦੀ ਹੈ ਸੋਇਲ ਇਰੋਜ਼ਨ soil erosion ਕੀ ਹੁੰਦੀ ਹੈ removal of topsoil by water and wind is known as soil erosion ਕੀ ਹੁੰਦੀ ਹੈ soil erosion ਹੁੰਦੀ ਹੈ ਜਦੋਂ ਵੀ topmost soil ਜਿਹੜੀ ਸਭ ਤੋਂ ਉੱਤੇ ਦੀ ਲੇਅਰ ਹੈ ਠੀਕ ਹੈ ਉਹਨੂੰ ਪਾਣੀ ਮੀਂਹ ਦਾ ਪਾਣੀ ਪਿਆ ਹਵਾ ਚਲੀ ਉਹਦੇ ਇਲਾਵਾ topsoil ਅਲੱਗ-ਅਲੱਗ ਹੋ ਜਾਂਦੀ ਕਈ ਵਾਰੀ ਠੀਕ ਹੈ ਉਹਨੂੰ ਆਪਾਂ ਕਹਿੰਦੇ soil erosion ਹੋਣਾ ਮਤਲਬ erosion ਦੀ ਸਿੰਪਲ ਫਾਰਮ ਹੋਊਗੀ erode ਕੀ ਹੁੰਦਾ ਹੈ ਇੱਕ ਜਗ੍ਹਾ ਇੱਕ ਚੀਜ਼ ਪਈ ਹੈ ਇਹ ਦੇਖੋ ਇਹ ਪਈ ਹੈ ਪੈਨਸਿਲ ਹਿੱਲ ਗਈ erode ਹੋ ਗਈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਚਲੀ ਗਈ ਠੀਕ ਹੈ soil erosion means ਕਿ soil ਇੱਕ ਜਗ੍ਹਾ ਤੇ ਹੈਗੀ ਹੈ ਠੀਕ ਹੈ ਉਹਦੇ ਉੱਤੇ ਪਾਣੀ ਪਿਆ ਹਵਾ ਚਲੀ ਤੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਚਲੀ ਗਈ erode ਹੋ ਗਈ ਅਲੱਗ ਹੋ ਗਈ ਠੀਕ ਹੈ Whenever soil is left bare, it becomes vulnerable for soil erosion. Naturally, soil हमेशा bare रहती है. कभी भी देखा कि soil ढकी हुई है. It is always bare. It's always open. ठीक है? हवा चली वो जी धूल उड़ के इधर उधर चली गई. That is soil. धूल की हैगी वो soil ही हैगी. ठीक है? एक जगह तो दूसरी जगह चली गई. Whenever soil is left bare, it becomes vulnerable for soil erosion. There are 3 types of soil erosion. Splash. सब तो पहला होता splash. पानी पिया अलग हो गई ठीक है मिट्टी इत्थे रख लो उत्ते ते पानी पाओ पई रहेगी ऐ हो जाएगा चाहे बूंदा होण इधर उधर पानी दी हाई ग्लास से इधर लग गया पानी उधर लग गया कल किस तरह इधर उधर पानी बिखरिया पिया सीगा मिट्टी बिखरदी सीगी ठीक है शीट एंड गली इरोजन स्प्लैश इरोजन occurs when bare soil is exposed to heavy rainfall वही चीज मैं दसी सी स्प्लैश कदों होंदा है heavy rainfall तेज बारिश हुई है ते चलो जी सारी जगह मिट्टी इधर उधर हो गई The falling water droplets break the clumsy structure of soil and dislodged particles and soil carry away water in space present between soil and chumpy soil structure. Chumpy ਕੀ ਹੁੰਦਾ ਹੈ? Chumpy soil structure. ਕੱਲ ਸਾਰਿਆਂ ਨੇ ਮਹਿਸੂਸ ਕੀਤਾ ਹੈ. Chumpy soil structure. ਕਿਚੜ. ਸਾਰਾ ਕਚ ਨਹੀਂ ਹੋ ਜਾਂਦਾ ਕਿਚੜ ਜਾ ਠੀਕ ਹੈ ਤੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਦੋਂ ਬਾਰਿਸ਼ ਹੈਵੀ ਰੇਨਫਾਲ ਹੋਏਗੀ ਡਾਊਨਪੋਰ ਰੇਨਫਾਲ ਜਦੋਂ ਹੁੰਦੀ ਡਾਊਨਪੋਰ ਵੀ ਰੇਨਫਾਲ ਦਾ ਸਿਨੋਨਿਮ ਹੈ ਠੀਕ ਹੈ ਤਾਂ ਕੀ ਹੋਏਗਾ ਸਾਰਾ ਕਲੰਪੀ ਸਟਰਕਚਰ ਹੋ ਜਾਏਗਾ ਇੱਧਰ ਉੱਧਰ ਪਾਣੀ ਬਿਖਰ ਜਾਂਦਾ ਹੈ
ਸੋਇਲ ਇੱਧਰ ਤੋਂ ਉੱਧਰ ਹੋ ਜਾਂਦੀ, ਇੱਕ ਜਗ੍ਹਾ ਸਥਿਰ ਨਹੀਂ ਰਹਿੰਦੀ। ਠੀਕ ਹੈ। Next is gully erosion. When water coverage in stream and rivulet has a greater volume and velocity, it leads to gully erosion. Gully erosion ਕੀ ਹੁੰਦੀ ਹੈ? ਜਦੋਂ water coverage stream ਦੇ ਵਿੱਚ ਹੁੰਦਾ ਹੈ। ਬੱਚੇ ਤੁਸੀਂ ਉੱਠ ਕੇ ਉੱਧਰ ਚਲੇ ਜਾਓ। Why are you talking to each other? Otherwise stop talking. Great volume and velocity that leads to gully erosion. बहुत सारे volume, बहुत सारे velocity ਨਾਲ ਜਦੋਂ ਹੁੰਦਾ ਤਾਂ ਉਹਨੂੰ gully erosion ਕਹਿੰਦੇ हैं। The gully is more severe type of erosion. There are three major causes of soil erosion: over cultivation, overgrazing and deforestation. Over cultivation ਕੀ ਹੁੰਦੀ ਹੈ? ਜ਼ਿਆਦਾ ਆਪਾਂ ਕਲਟੀਵੇਟ ਕਰੀ ਜਾ ਰਹੇ ਬਾਰ-ਬਾਰ ਉਸ ਲੈਂਡ ਨੂੰ, ਇੱਕ ਵਾਰੀ ਉਗਾਤਾ ਫਿਰ ਉਗਾਤਾ, ਓਵਰ ਕਲਟੀਵੇਸ਼ਨ, ਜ਼ਿਆਦਾ ਤੋਂ ਜ਼ਿਆਦਾ ਅਸੀਂ ਉਗਾਏ ਜਾ ਰਹੇ ਹਾਂ। Planting is an important first step to agriculture production, but it improves erosion, soil and removal of weeds and freshly sown seeds. ਕਈ ਵਾਰੀ ਕੀ ਹੁੰਦਾ ਹੈ, ਜਿਹੜੀ ਹੈਗੀ ਪਲਾਂਟਿੰਗ ਉਹ ਬਹੁਤ ਇੰਪੋਰਟੈਂਟ ਹੈਗੀ, ਨੈਚੁਰਲੀ ਕਲਟੀਵੇਸ਼ਨ ਕਰਨਾ ਇੰਪੋਰਟੈਂਟ ਹੈ, ਪਰ ਆਪਾਂ ਵੀਡਸ ਉਖਾੜਦੇ, ਕਈ ਵਾਰੀ ਆਪਾਂ ਵੀਡਸ ਉਖਾੜੀ, ਸਾਰਾ ਕੁਝ ਕੀਤਾ, ਉਹਦੇ ਨਾਲ ਕੀ ਹੁੰਦਾ ਹੈ, ਕਈ ਵਾਰੀ ਇੰਪੋਰਟੈਂਟ ਮਿਨਰਲਸ ਵੀ ਨਾਲ ਖਿੱਚੇ ਜਾਂਦੇ। ਵੀਡਿੰਗ ਕੀ ਹੁੰਦੀ ਹੈ? ਵਾਟ ਇਜ਼ ਵੀਡਿੰਗ? ਜਦੋਂ ਅਸੀਂ ਕੋਈ ਵੀ ਖੇਤੀ ਹੁੰਦੀ ਹੈ, ਜਦੋਂ ਚੀਜ਼ ਪੁੱਟਿਆ ਨਹੀਂ ਜਾਂਦਾ, ਪੁੱਟਿਆ ਜਾਂਦਾ, ਪੁਰਾਣੀ ਚੀਜ਼ ਨੂੰ ਪੁੱਟਿਆ ਜਾਂਦਾ, ਉਹਨੂੰ ਵੀਡਿੰਗ ਕਹਿੰਦੇ ਨੇ। ਉਹਦੇ ਇਲਾਵਾ ਜਿਹੜੀ ਸੋਇਲ, ਜਿਹੜਾ ਘਾਹ ਵਗੈਰਾ ਦੇ ਇਲਾਵਾ ਜਿਹੜੀ ਚੀਜ਼ ਹੁੰਦੀ ਹੈ ਜਿਹਦੀ ਜ਼ਰੂਰਤ ਨਹੀਂ ਹੈ ਉਹਨੂੰ ਪੁੱਟ ਕੇ ਅਲੱਗ, ਉਹਦੇ ਨਾਲ ਕਈ ਵਾਰੀ ਇੰਪੋਰਟੈਂਟ ਮਿਨਰਲਸ ਵੀ ਖਿੱਚੇ ਜਾਂਦੇ। ਠੀਕ ਹੈ, ਉਹਨੂੰ ਆਪਾਂ ਵੀਡਿੰਗ ਕਹਿੰਦੇ ਹਾਂ। So weeds help in freshly sown seeds and sapling. However, same operation makes soil exposed to air and water erosion due to removal of vegetative cover. ਜਦੋਂ weed ਉਖਾੜੀ ਜਾਂਦੀ ਹੈ ਉਹਦੇ ਨਾਲ ਬੱਚੇ remove this and keep, कोई बात नहीं, उधर नेक्स्ट सीट पे हो जाओ, नेक्स्ट सीट पे हो जाओ। ਉਹਦੇ ਨਾਲ ਕੀ ਹੁੰਦਾ, ਜਦੋਂ ਅਸੀਂ ਕੋਈ ਇੰਪੋਰਟੈਂਟ ਚੀਜ਼ ਨੂੰ ਜਦੋਂ ਵੀ ਵੀਡਿੰਗ ਕਰਦੇ ਹਾਂ, ਕਈ ਵਾਰੀ ਧਰਤੀ ਦੇ ਥੱਲੇ ਇਹੋ ਜਿਹਾ ਇੰਪੋਰਟੈਂਟ ਵੈਜੀਟੇਟਿਵ ਨਿਊਟ੍ਰੀਐਂਟ ਹੁੰਦਾ, ਵੀਡਿੰਗ ਦੇ ਨਾਲ ਉਹ ਵੀ ਨਾਲ ਹੀ ਪੁੱਟਿਆ ਜਾਂਦਾ। ਠੀਕ ਹੈ, ਵੈਜੀਟੇਟਿਵ ਕਵਰ ਉਹਨੂੰ ਕਹਿੰਦੇ ਅਸੀਂ। ਇਟ ਆਲਸੋ ਐਕਸਲੈਂਟ ਇਵੈਪੋਰੇਸ਼ਨ ਆਫ ਸੋਇਲ, ਇੰਟੈਂਸਿਵ ਐਗਰੀਕਲਚਰ, ਹਾਰਵੈਸਟ ਆਫ ਮੋਰ ਦੈਨ 1 ਕੈਸ਼ ਕ੍ਰੌਪ ਇਨ ਅ ਈਅਰ। ਉਹੀ ਮੈਂ ਹੁਣੇ ਤੁਹਾਨੂੰ ਦੱਸਿਆ ਸੀਗਾ, ਹਾਰਵੈਸਟ ਅਸੀਂ ਬਾਰ-ਬਾਰ ਉਸੇ ਧਰਤੀ ਤੇ, ਕਿਉਂਕਿ ਕਈ ਵਾਰੀ ਕੀ ਹੁੰਦਾ, ਖੇਤੀ ਕੀਤੀ ਉਹਦੇ ਬਾਅਦ ਸਲੈਸ਼ ਐਂਡ ਬਰਨ ਐਗਰੀਕਲਚਰ ਹੋ ਜਾਂਦਾ। ਪਤਾ ਹੈ ਨਾ, ਛੋਟੀ ਕਲਾਸਿਸ 'ਚ ਪੜ੍ਹਿਆ ਹੋਣਾ ਸਲੈਸ਼ ਐਂਡ ਬਰਨ। ਇੱਕ ਵਾਰੀ ਜਦੋਂ ਕਹਿੰਦੇ ਤੂੜੀ ਸਾੜਤੀ, ਠੀਕ ਹੈ, ਬਰਨਿੰਗ, ਠੀਕ ਹੈ, ਉਹਦੇ ਬਾਅਦ ਫਿਰ ਉਸ ਧਰਤੀ ਨੂੰ ਯੂਜ਼ ਕੀਤਾ, ਫਿਰ ਉਗੀ ਫਸਲ, ਬੀਜ ਬੋਏ, ਪਹਿਲੇ ਉਹਨੂੰ ਪਲਾਅ ਕੀਤਾ, ਫਿਰ ਬੀਜ ਬੋਏ, ਫਿਰ ਉਹ ਫਸਲ ਉਗੀ, ਉਹਦੇ ਬਾਅਦ ਫਸਲ ਦੀ ਕਟਾਈ ਹੋਈ, ਫਿਰ ਉਹਨੂੰ ਸਲੈਸ਼ ਐਂਡ ਬਰਨ ਕੀਤਾ, ਫਿਰ ਉਹਨੂੰ ਯੂਜ਼ ਕੀਤਾ। ਬਾਰ-ਬਾਰ ਅਸੀਂ ਓਵਰ ਕਲਟੀਵੇਸ਼ਨ ਉਸ ਪਾਰਟਿਕੂਲਰ ਭੂਮੀ ਦੇ ਉੱਤੇ ਕਰਾਂਗੇ, ਉਹਦੇ ਜਿੰਨੇ ਮਿਨਰਲਸ ਨੇ, ਨਿਊਟ੍ਰੀਐਂਟਸ ਦੇ ਹੈਗੇ ਨੇ, ਉਹ ਵੀ ਤੇ ਨਸ਼ਟ ਹੁੰਦੇ ਜਾਣਗੇ ਹੌਲੀ-ਹੌਲੀ। ਕਿੰਨਾ ਕੁ ਹੋਲਡ ਕਰ ਲੇਗੀ? ਸਮਝ ਆ ਗਈ ਹੁਣ ਓਵਰ ਕਲਟੀਵੇਸ਼ਨ? ਨੈਕਸਟ ਇਜ਼ ਓਵਰਗ੍ਰੇਜ਼ਿੰਗ। ਓਵਰਗ੍ਰੇਜ਼ਿੰਗ ਕੀ ਹੁੰਦਾ? ਡੰਗਰ ਛੱਡ ਦਿੰਦੇ ਨੇ ਲੋਕੀ ਖੇਤਾਂ 'ਚ, ਦੇਖਿਆ ਹੋਣਾ ਇੱਥੇ ਤੁਸੀਂ, ਜੀ ਮੱਝਾਂ ਚਾਰ ਰਹੀਆਂ ਨੇ ਇੱਕ ਪਾਰਟਿਕੂਲਰ ਜਗ੍ਹਾ ਤੇ, ਬਾਰ-ਬਾਰ ਉਹਨੂੰ ਗ੍ਰੇਜ਼ ਕਰਦੀ ਜਾਂਦੀਆਂ ਨੇ। ਜਦੋਂ ਡੰਗਰ ਗ੍ਰੇਜ਼ਿੰਗ ਕਰਦੇ ਨੇ, ਮੱਝਾਂ ਗਾਵਾਂ ਜਿਹੜੀਆਂ ਨੇ ਜਦੋਂ ਗ੍ਰੇਜ਼ਿੰਗ ਕਰਦੀਆਂ ਨੇ, ਖਾਂਦੇ ਨੇ, ਗ੍ਰੇਜ਼ਿੰਗ ਕਰਦੇ ਦੇਖਿਆ ਨਾ ਤੁਸੀਂ? ਵਾਟ ਇਜ਼ ਗ੍ਰੇਜ਼ਿੰਗ? ਚਰਨਾ। ਠੀਕ ਹੈ, ਜਦੋਂ ਚਾਰਾ ਲੈਣ ਜਾਂਦੀਆਂ, ਚਰਦੀਆਂ ਨੇ, ਉਹਨਾਂ ਨੂੰ ਪਤਾ ਹੈ ਕਿ ਮੈਂ ਕਿੰਨੀ ਕੁ ਚੀਜ਼ ਨੇ, ਉਹ ਪਤਾ ਨਹੀਂ ਕਿੰਨੀ ਮਿੱਟੀ ਵੀ ਨਾਲ ਹੀ ਚੱਕ ਲੈਂਦੀਆਂ ਨੇ। ਇੰਪੋਰਟੈਂਟ ਨਿਊਟ੍ਰੀਐਂਟਸ ਆਰ ਆਲਵੇਜ਼ ਔਨ ਦ ਬੈਡ ਲੇਅਰ, ਟੌਪ ਮੋਸਟ ਲੇਅਰ, ਉਹ ਵੀ ਨਾਲ ਪੱਟੀਆਂ ਤੇ ਬਾਰ-ਬਾਰ ਇੱਕੋ ਜਗ੍ਹਾ ਓਵਰਗ੍ਰੇਜ਼ ਕਰਦੇ ਨੇ। ਡੰਗਰ ਨੂੰ ਪਤਾ ਕਿ ਮੈਂ ਅੱਜ ਇੱਧਰ ਕਹਿੰਦਾ, ਹੁਣ ਮੈਂ ਦੁਬਾਰਾ ਨਾ ਜਾਵਾਂ, ਉਹਨੂੰ ਜ਼ਰੂਰਤ ਹੈ ਉੱਗਣ ਦੀ, ਨਿਊਟ੍ਰੀਐਂਟ ਬਣਨ ਦੀ ਲੋੜ ਹੈ, ਉਹਨੂੰ ਕੀ ਪਤਾ, ਉਹਨੇ ਤਾਂ ਉੱਧਰ ਹੀ ਜਾ ਕੇ ਗ੍ਰੇਜ਼ਿੰਗ ਕਰਨੀ ਹੈ। ਓਵਰਗ੍ਰੇਜ਼ਿੰਗ ਮੀਨਸ ਕਿ ਬਾਰ-ਬਾਰ ਓਵਰਗ੍ਰੇਜ਼ ਉੱਧਰ ਹੋ ਰਿਹਾ ਹੈ, ਡੰਗਰਾਂ ਦੇ ਥਰੂ ਉੱਧਰ ਹੀ ਓਵਰਗ੍ਰੇਜ਼ਿੰਗ ਹੋਈ ਜਾ ਰਹੀ ਹੈ। ਤੇ ਕੀ ਹੋ ਰਿਹਾ ਹੈ? ਇੰਪੋਰਟੈਂਟ ਨਿਊਟ੍ਰੀਐਂਟਸ ਨਸ਼ਟ ਹੁੰਦੇ ਜਾ ਰਹੇ। ਠੀਕ ਹੈ, ਨੈਕਸਟ ਇਜ਼ ਡੀਫੋਰੈਸਟੇਸ਼ਨ। ਡੀਫੋਰੈਸਟੇਸ਼ਨ ਕੀ ਹੁੰਦੀ ਹੈ? ਸਾਰਿਆਂ ਨੂੰ ਪਤਾ ਹੋਣਾ। वन इज एफॉरेस्टेशन, पेड़ उगाओ, कल दसिया सीगा। ठीक है, सैपलिंग लो, सैपलिंग्स उगाओ।
पेड़ उगाओ। नैक्सट एक होंगी डिफॉरेस्टेशन, जंगल की कटाई। जंगल की कटाई जिन्नी ज्यादा हो रही है धरती ते, अपना साडा इकोलॉजिकल बैलेंस जिहड़ा सीगा इम्बैलेंस हो रहा। इम्बैलेंस मतलब खराब हो रहा। ठीक है, कोरोना तो पहला का टाइम याद करो, कितनी ज्यादा पोल्यूशन सीगी, हीट बहुत ज्यादा सी। हुण थोड़ा जिहा क्लाइमेट च फर्क है, क्यों? 2-4 साल इंडस्ट्री बंद रही, 1-2 साल हाँ। ठीक है, डिफॉरेस्टेशन जंगल की बेतहाशा कटाई, ਉਹਦੇ ਨਾਲ ਕੀ ਹੁੰਦਾ ਹੈ? ਜਦੋਂ बेतहाशा कटाई होंदी जा रही, इकोलॉजिकल बैलेंस, क्योंकि जंगल का काम की है, जंगल साडे लिए बहुत जरूरी है। जंगलों के नाल की होंदा है? ऑक्सीजन। क्यों? क्योंकि पेड़ पानी खिंचदा। पेड़ जिथे होएगा, आपां क्यों कहंदे कि बच्चे ज़्यादा से ज़्यादा ग्रो मोर ट्रीज। ਜਦੋਂ ਤੁਸੀਂ ਆਪਾਂ ਦੇ ਬੱਚਿਆਂ ਨੂੰ ਇਹ ਵੀ ਸੁਜੈਸਟ ਕਰਦੇ ਨੇ, ਫॉर एग्जांपल ਕਿਸੇ ਦਾ ਬਰਥਡੇ ਹੈ, ਕੋਈ ਪ੍ਰੈਜ਼ੈਂਟ ਦੇਣ ਤੋਂ ਬਾਅਦ ਇੱਕ ਛੋਟਾ ਜਿਹਾ ਪੌਦਾ ਦੇ ਦਿਓ, ਪੌਦਾ ਉਗਾਓ, ਤੁਹਾਡੇ ਹੱਥ ਤੋਂ ਉੱਗਿਆ ਹੋਇਆ ਪੌਦਾ, ਤੁਹਾਨੂੰ ਆਪ ਨੂੰ ਕਿੰਨੀ ਖੁਸ਼ੀ ਹੋਏਗੀ। ਹਰ ਰੋਜ਼ ਉਹਨੂੰ ਪਾਣੀ ਦਿਓਗੇ ਤੇ ਨਾਲੇ ਤੁਸੀਂ ਫਿਊਚਰ ਜਨਰੇਸ਼ਨਸ ਲਈ ਇੱਕ ਪਲਾਂਟ ਬਣਾ ਰਹੇ ਹੋ, ਟਰੀ ਬਣਾ ਰਹੇ ਹੋ, ਆਕਸੀਜਨ ਦੇ ਰਹੇ ਹੋ, ਹੈ ਕਿ ਨਹੀਂ? ਤਾਂ ਜਦੋਂ ਡੀਫੋਰੈਸਟੇਸ਼ਨ ਹੁੰਦੀ, ਜੰਗਲ ਦੀ ਕਟਾਈ ਹੁੰਦੀ, ਕਿਉਂਕਿ ਪੇੜਾਂ ਦਾ ਕੰਮ ਹੈ ਪਾਣੀ ਸੋਖਣਾ, ਸਨਰੇਜ਼ ਜਿੰਨੀਆਂ ओजोन लेयर जिन्नी सनरेज सी वो सारा सोखदा है। ठीक है, जिथे हुण ज़्यादा पेड़ हो, किन्नी कहने हाँ पेड़ की छां दे थल्ले 2 मिनट खड़ जी, जो पेड़ ही नहीं होगा बच्चे कित्थों छां लभोगे, है कि नहीं? सो डिफॉरेस्टेशन जिन्नी ज़्यादा होंदी जा रही, डिफॉरेस्टेशन नाल भी टॉप सॉइल रिमूव, पेड़ की कटाई जदों होंदी है, जिहड़े मजदूर पेड़ की कटाई कर रहे हैं, उन्होंने पता कि मैं डीप सॉइल छड्ड देवां, ਉਹ ਤਾਂ ਬਸ ਉਹਦਾ ਤਾਂ ਕੰਮ ਹੈਗਾ, ਮੈਨੂੰ ਦਿਹਾੜੀ ਮਿਲੀ ਚੱਲ ਵੀ। ਤੇ ਡੀਪ ਸੋਇਲ ਵੀ ਨਾਲ ਕੱਟ ਰਹੀ ਹੈ, ਇੰਪੋਰਟੈਂਟ ਨਿਊਟ੍ਰੀਐਂਟਸ ਜਾ ਰਹੇ ਨੇ, ਮਿਨਰਲਸ ਜਾ ਰਹਾ, ਬਹੁਤ ਕੁਝ ਜਾ ਰਿਹਾ। ਠੀਕ ਹੈ, ਟੌਪ ਸੋਇਲ ਇਜ਼ ਰਿਮੂਵਡ ਈਜ਼ੀਲੀ। ਠੀਕ ਹੈ, ਟੌਪ ਸੋਇਲ ਈਜ਼ੀਲੀ ਰਿਮੂਵ ਹੋ ਜਾਂਦੀ ਹੈ, ਕਿਉਂਕਿ ਫੋਰੈਸਟ ਹੈਲਪ ਇਨ ਜਨਰੇਸ਼ਨ ਐਂਡ ਪ੍ਰੋਟੈਕਸ਼ਨ, ਤੁਹਾਨੂੰ ਪਤਾ ਹੀ ਹੋਣੇ, ਮੈਂ ਦੱਸੀ ਸੀਗੀ। ਦ ਰਿਚ ਕਵਰ ਲੀਫ ਲਿਟਰ ਐਂਡ ਡੈਟਰਸ ਆਲਸੋ ਹੈਲਪ ਇਨ ਰਿਡਕਸ਼ਨ ਐਂਡ ਇਵੈਪੋਰੇਸ਼ਨ ਆਫ ਲॉस ਆਫ ਸੋਇਲ ਮੋਇਸਚਰ। ਜਦੋਂ ਇਵੈਪੋਰੇਸ਼ਨ ਹੁੰਦੀ ਹੈ, ਕੰਡੈਂਸੇਸ਼ਨ ਹੁੰਦੀ है, पेड़ों के थ्रू ही सारा साइकिल बनता है। अगर पेड़ ही नहीं होगा तो सारा साइकिल खराब, इकोलॉजिकल साइकिल खराब हो जाता है। ठीक है, सिंस जनरेशन ऑफ सॉइल इज अ स्लो प्रोसेस, एट बेस्ट 1 inch per 100 years, लॉस ऑफ टॉप सॉइल रिजल्ट्स इन डिक्लाइन ऑफ लैंड प्रोडक्टिविटी। ठीक है, जो टॉप सॉइल, क्योंकि पेड़ कट गए, डिफॉरेस्टेशन होगी, पेड़ कट गए, लॉस ऑफ टॉप सॉइल, कितना टाइम लगता है टॉप सॉइल ਨੂੰ ਦੁਬਾਰਾ ਰੀਜਨਰੇਟ ਹੋਣ ਚ, ਉਹ ਪ੍ਰੋਸੈਸ ਹੌਲੀ ਹੋ ਜਾਂਦੀ ਤੇ ਉਹਦੇ ਨਾਲ ਕੀ ਹੋਏਗਾ? ਡਿਕਲਾਈਨ ਆਫ ਲੈਂਡ ਪ੍ਰੋਡਕਟਿਵਿਟੀ। ਲੈਂਡ ਦੀ ਪ੍ਰੋਡਕਟਿਵਿਟੀ ਕੀ ਹੋਏਗੀ? ਡਿਕਲਾਈਨ ਹੋਏਗੀ। ਜਦੋਂ ਇੱਕ ਚੀਜ਼ ਨੂੰ ਤੁਸੀਂ ਨਸ਼ਟ ਕਰੋਗੇ, ਉਹਦੀ ਪ੍ਰੋਡਕਟਿਵਿਟੀ ਡਿਕਲਾਈਨ ਹੀ ਹੋਏਗੀ ਨਾ। ਨੈਕਸਟ ਇਜ਼ desertification, decline of primarily productivity in agricultural production of semi-arid region, dry land, is called desertification. Desertification does not mean advancement of desert, but it is a process of land degradation caused by mostly human activities. जिवें डेजर्ट एरिया है, उस एरिया च भी ओवर ग्रेजिंग होती है। ठीक है, डेजर्ट एरिया च जो ओवर ग्रेजिंग होवे, डिफॉरेस्टेशन होवे, ओवर कल्टीवेशन होवे, सैलिनिटी ऑफ माइनिंग एक्टिविटी, ज़्यादा तो ज़्यादा माइनस कितने होंदियां ने? डेजर्ट एरियाज तो होंदियां ने। उत्थे जदों ये सारी एक्टिविटीज़ ज़्यादा होण, एक तो पहले ही डेजर्ट एरिया है, नाले ये सारी एक्टिविटीज़ ज़्यादा होंदी जानी, जिहड़े 4 पेड़ ने उहदी भी कटाई हो जाए, माइनिंग एक्टिविटीज़ ज़्यादा होण ते उत्थे की होएगा? ड्रॉट। व्हाट इज ड्रॉट? ड्रॉट मीन्स सूखा, अकाल। कित्थे आंदा है ड्रॉट? सब तो ज़्यादा ड्रॉट कित्थे अकाल पैदा है? डेजर्ट वाले एरियाज। हाँ जी, डेजर्ट वाले एरियाज। डेजर्ट की होंदा है? सूखा एरिया, रेतीला एरिया। ठीक है, उत्थे सब तो ज्यादा की हो जाता है? ड्रॉट। ठीक है, drylands mostly support grassland ecosystem due to presence of good water and nutrient holding capacity of soil of dryland. इरोजन ऑफ सॉइल, टॉप सॉइल ए लेयर जदों इरोड हो जाए, ठीक है, क्यों होएगी? ओवर ग्रेजिंग, डिफॉरेस्टेशन, ओवर कल्टीवेशन, उत्थे भी कुछ ना कुछ उगदा ही है। तो ड्राई लैंड सिर्फ रेतीला एरिया नहीं होंदा, एरिड लैंड भी होंदे ने, जिथे येलो लैंड होंदे ने। आंध्र प्रदेश च कई जगह ने, उड़ीसा च कई जगह ने, कोई एरियाज ने, उत्थे भी जदों इहो जिहा ज़्यादा असीं ज़्यादा तो ज़्यादा
उगाई जाइए, डिफॉरेस्टेशन करी जाए, तो उत्थे सुखा आएगा, अकाल आएगा, बाढ़, कहते नहीं हर साल वहाँ बाढ़ आती है। सोचो क्यों आती है, रीजन होंगे ना, तो रीजन यही होंगे। ओवर ग्रेजिंग हो रही है, ओवर पॉपूलेशन है, ओवर ग्रेजिंग हैगी, ओवर कल्टीवेशन है, माइनिंग एक्टिविटीज ज़्यादा ने, तो उत्थे इहो जिहा सब कुछ होंदा है। वही चीज़ आ गई ओवर ग्रेजिंग एंड डिफॉरेस्टेशन। स्टॉप्स जनरेशन ऑफ ह्यूमस एंड टॉपसॉइल, स्टॉप कर देगी जिन्ना तुसी ओवर ग्रेज करवाओगे जानवरों को, ठीक है। तो डिफॉरेस्टेशन, तो उत्ते दी टॉप सॉइल खराब हो रही है, तो फिर किवें जनरेट होएगी। सपोज करो कोई इत्थे कोई पर्टिकुलर भूमि का एरिया, हर रोज मैं 4 जानवर इधर ग्रेजिंग कराने जावां, टॉप सॉइल बढ़ जाएगी। कितनी क टाइम, बहुत टाइम पीरियड लगता दोबारा उस सॉइल में बनने च। जो रोज ही होंदा है तो सारी धरती का न्यूट्रीएंट की हो रहा है, बन रहा है कि खत्म हो रहा है, खत्म हो रहा है। टॉप सॉइल खराब हो रही है। ਉਹਦੇ ਇਲਾਵਾ न्यूट्रीएंट ਜਿਹੜੇ मिनरल ਸੀਗੇ, ਉਹਦੇ ਇਲਾਵਾ ਕੀ ਸੀਗਾ, ਹਿਊਮਸ, ਫੋਸਿਲਸ, ਮੈਨਿਓਰ, ਉਹ ਸਾਰਾ ਦਾ ਸਾਰਾ ਖਤਮ ਹੋ ਰਿਹਾ ਹੈ। Intensive irrigation is also one of the causes of desertification. Intensive irrigation through the canal and using of underground intensive irrigation ਕੀ ਹੁੰਦਾ ਹੈ, ਅਸੀਂ ਅੰਡਰਗਰਾਉਂਡ ਪਾਣੀ ਲੈਂਦੇ ਹਾਂ, ਕੈਨਾਲਸ ਬਣਾਉਂਦੇ ਹਾਂ। ਜਦੋਂ ਉਹ ਵੀ ਜ਼ਿਆਦਾ ਤੋਂ ਜ਼ਿਆਦਾ ਬਣੀ ਜਾਏਗਾ ਤਾਂ ਥੱਲੇ ਧਰਤੀ ਦੇ ਥੱਲੇ ਅੰਡਰਗਰਾਉਂਡ ਵਾਟਰ ਕਿੰਨਾ ਕੁ ਹੈਗਾ, ਕਿੰਨੇ ਕੁ ਕੈਨਾਲਸ ਨੂੰ ਸਪੋਰਟ ਕਰ ਦੇਗਾ। ਤੇ ਜਦੋਂ ਅਸੀਂ ਇੰਟੈਂਸਿਵ ਇਰੀਗੇਸ਼ਨ ਵੀ ਕਰਦੇ ਜਾਵਾਂਗੇ ਤਦ ਵੀ ਇਹ ਸਾਰੀ ਚੀਜ਼ਾਂ ਦੇ ਉੱਤੇ ਇਫੈਕਟ ਪੈਂਦਾ ਹੈ। As the temperature of dry land is high, it results in fast evaporation of surface moisture of soil, leaving soluble mineral at the topsoil. When salt concentration of topsoil become too high, it is called salinization. ਜਦੋਂ ਉੱਤੇ ਬਾਰ-ਬਾਰ ਅਸੀਂ ਕੈਨਾਲਸ ਬਣਾਉਂਦੇ ਜਾ ਰਹੇ, ਬਾਰ-ਬਾਰ ਇਰੀਗੇਸ਼ਨ, ਓਵਰ ਇਰੀਗੇਸ਼ਨ ਕਰ ਰਹੇ, ਇਰੀਗੇਸ਼ਨ ਕਰਨਾ ਠੀਕ ਹੈ ਪਰ ਓਵਰ ਕਰੀ ਜਾ ਰਹੇ, ਤੇ ਟੌਪ ਸੋਇਲ ਦੇ ਉੱਤੇ ਜਿੰਨਾ ਵੀ ਸਾਲਟ ਵਾਲਾ ਡਿਪੋਜ਼ਿਟ ਰਹਿ ਜਾਂਦਾ ਉਹ ਵੱਧਦਾ ਜਾਂਦਾ। ਫਿਰ ਕੀ ਹੋਏਗਾ, ਸਾਲਟ ਵੱਧ ਜਾਏ ਤੇ ਖਾਰਾ ਹੋ ਜਾਏਗਾ। ਧੀਰੇ ਧੀਰੇ ਸਾਲਟ ਇਜ਼ ਗੁੱਡ ਫॉर ਸੋਇਲ, नो, उस भूमि ਨੂੰ ਕੀ ਕਰੇਗਾ, ਉਹ ਖਰਾਬ ਕਰੇਗਾ, ਬੰਜਰ ਕਰੇਗਾ, ठीक है। Topsoil become too high in salinization, the plant cannot absorb soil water and get desalinating because, ठीक है, ਤੇ ਉਹਨਾਂ ਜ਼ਿਆਦਾ ਡੀਸੈਲਿਨਾਈਜ਼ ਹੋ ਜਾਂਦਾ ਹੈ, ਉਹਦੇ ਉੱਤੇ ਸੈਲਿਨਿਟੀ ਵੱਧ ਜਾਂਦੀ ਹੈ। ਸੈਲਾਈਨ ਵਾਟਰ, ਸੈਲਾਈਨ ਮੀਨਸ ਨਮਕੀਨ, ਖਾਰਾ ਪਾਣੀ, ठीक है। Dry land occupies some 6 billion hectare of earth. सोचो ड्राई लैंड कितना है अर्थ के उत्ते, 6 बिलियन, and is a home of 2 billion of world population. About 10-20% of land is suffered from the problems of, ठीक है। यह प्रॉब्लम सब तो ज़्यादा इसलिए होंगी क्योंकि असी ओवर इरीगेशन कर रहे, डिफॉरेस्टेशन कर रहे, उसके अलावा की कर रहे हैं, कैनाल ज़्यादा तो ज़्यादा बना रहे, तो यह सारा कुछ वध रहा है। अरावली माउंटेन्स किहड़े ने, अरावली माउंटेन रेंज सपोर्ट मैनी थॉर्नी फॉरेस्ट, हाँ जी, हाँ जी, ठीक है। बहुत ही सारे थॉर्नी, उधर बहुत सारे कंटीले पेड़ होंगे ने। इन अ लाइफ लाइन फ्रॉम दिल्ली NCR, इट इज एज अ रिचार्जेस ग्राउंड वाटर, प्रोटेक्ट्स फ्रॉम एडवांसिंग डेजर्ट थ्रू स्टॉपिंग सैंडस्टॉर्म्स एंड इम्प्रूव्स एयर क्वालिटी। सीवियर डिफॉरेस्टेशन एंड माइनिंग एक्टिविटीज, वही चीज़ जो मैं पहला दसी है, सीवियर डिफॉरेस्टेशन, सीवियर मीन हद तो ज़्यादा, सीवियर मीन्स हद तो ज़्यादा डिफॉरेस्टेशन एंड माइनिंग एक्टिविटीज, धड़ाधड़ माइनिंग एक्टिविटीज होंदी जांदियां ने। की करते हैं, हैज रिड्यूस पेरिनियल रिवर एरियाज 33% एंड नॉन पेरिनियल रिवर एरिया इन अरावली हिल्स। बहुत सारी माइनिंग हो रही है, बहुत सारी डिफॉरेस्टेशन हो रही है। जदों डिफॉरेस्टेशन हद तो ज़्यादा हो जाएगी, रिवर्स च भी पानी की कमी होती जाएगी, ਉਹਦੇ ਥਰੂ ਅਸੀਂ ਕੈਨਾਲਸ ਬਣਾਈ ਜਾ ਰਹੇ। ਰਿਵਰ ਵਿਚਾਰਾ ਕਿੰਨਾ ਕੁ ਪਾਣੀ ਹੋਲਡ ਕਰੇਗਾ, ਕਿੱਧਰ ਕਿੱਧਰ ਸਪੋਰਟ ਕਰੇਗਾ, ਤੇ ਉਨਾ ਹੀ ਜ਼ਿਆਦਾ ਧਰਤੀ ਦੇ ਉੱਤੇ ਲਾਸ ਹੋ ਰਿਹਾ ਹੈ। ਇਹ ਦੇਖੋ, ਯੂ ਕੈਨ ਸੀ ਦਿਸ ਪਿਕਚਰ, ਠੀਕ ਹੈ। ਤੇ ਕਟਾਈ ਤੋਂ ਬਾਅਦ ਵਾਈ ਦ ਅਰਾਵਲੀਜ਼ ਆਰ ਹਰਟਿੰਗ, क्यों हो रहा है, ਇੱਥੇ ਦੇਖੋ ਦੱਸਿਆ ਹੋਇਆ ਹਰਿਆਣਾ, ਦਿੱਲੀ, ਗੁੜਗਾਉਂ ਡਿਸਟ੍ਰਿਕਟ। ਲੋਕੇਸ਼ਨ ਆਫ ਅਰਾਵਲੀ that is face a threat of turning arid, ਇਹ ਦੇਖੋ ਇਹ ਸਾਰਾ ਏਰੀਆ, ਠੀਕ ਹੈ। ਇਹ ਰੀਜ਼ਨਸ ਹੈਗੇ ਨੇ। ਅਗਰ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਕਿੱਥੇ ਕਿੱਥੇ ਤੱਕ ਥ੍ਰੈਟ ਪਹੁੰਚ ਗਿਆ, ਦਿੱਲੀ, ਗੁੜਗਾਉਂ,
ठीक है। ਉਹਦੇ ਇਲਾਵਾ ਇਹ ਸਾਰਾ एरियाज ਲੇਕ एरियाज, ठीक है, जिन्ने भी लेक एरियाज ने उन्होंने उत्ते एक थ्रेट हो रहा है। वाई? बिकॉज असी ओवर ग्रेजिंग करवाती, ਉਹਦੇ ਇਲਾਵਾ कैनाल ज़्यादा तो ज़्यादा बनवाते, बहुत ज़्यादा, ठीक है। तो टॉप सॉइल जिहड़ा हैगा वो होल्ड नहीं कर पा रहा। ਉਹਦੇ इलावा डिफॉरेस्टेशन बहुत सारी, नैचुरली फॉरेस्ट में क्लीयर करके ही माइनिंग होती है, फॉरेस्ट में क्लीयर करके कोई चीज़ करते हैं, तो डिफॉरेस्टेशन भी असीं हद तो ज़्यादा करवाती, ओवर ग्रेजिंग भी हो गई है, माइनिंग एक्टिविटीज़ भी हो गई ने। इस करके यह सारा एरिया बहुत सारा डेंजर जोन च आ चुका है। नैक्सट इज सॉइल कंजरवेशन। नाउ व्हाट इज सॉइल कंजरवेशन? कंजरवेशन की होंदी है? व्हाट डू यू मीन बाय कंजरवेशन? किसी भी चीज़ नू कंजर्व करना, किसी भी चीज़ नू बचाना, किसी भी चीज़ नू सुरक्षित रखना, कंजर्व करना। ਅਸੀਂ ਹੁਣ ਸੋਇਲ ਦੀ ਕੰਜ਼ਰਵੇਸ਼ਨ ਕਿਸ ਤਰ੍ਹਾਂ ਕਰ ਸਕਦੇ, ਕਿਸ ਤਰ੍ਹਾਂ ਅਸੀਂ ਸੋਇਲ ਨੂੰ ਸੁਰੱਖਿਅਤ ਕਰ ਸਕਦੇ ਹਾਂ? नो टिल फार्मिंग। व्हाट इज नो टिल फार्मिंग? नो टिल फार्मिंग की होंदी है? In no till farming, weeds in agricultural field are not killed by plowing it before planting seeds, but by herbicides. Then a special apparatus run by tractor is used to do many operations in one time. No till farming का मतलब है कि weed ਨੂੰ ਪੱਟੋ ਨਾ, ਬਲਕਿ ਕੁਝ ਹੋਰ ਟਰੈਕਟਰਸ ਦੇ ਥਰੂ ਕੁਝ ਇਸ ਤਰ੍ਹਾਂ ਦਾ ਮੈਥਡ ਕਰ ਰਹੇ ਨੇ ਤਾਂ ਕਿ ਉਹਨੂੰ ਪੁੱਟਣ ਦੀ ਲੋੜ ਨਾ ਪਏ, ਕਿਉਂਕਿ ਅਸੀਂ ਅਗਰ ਉਹਨੂੰ ਪੁੱਟਤਾ ਤਾਂ ਹੀ ਤੇ ਟੌਪ ਸੋਇਲ ਖਰਾਬ ਹੋਏਗੀ ਨਾ। ਤੇ ਹੁਣ ਕੁਝ ਨੋ ਟਿਲ ਫਾਰਮਿੰਗ ਇਹੋ ਜਿਹੀ ਚੀਜ਼ ਸ਼ੁਰੂ ਹੋਈ ਹੈ ਜਿਹਦੇ ਤੋਂ ਅਸੀਂ ਉਹਨੂੰ ਪੱਟਣ ਦੀ ਲੋੜ ਨਹੀਂ ਹੈਗੀ ਹੈ, ਬਲਕਿ ਟਰੈਕਟਰਸ ਦੇ ਥਰੂ ਕੁਝ ਇਸ ਤਰ੍ਹਾਂ ਦਾ ਸੀਡਸ ਦੀ ਗਰੋਥ ਕਰ ਰਹੇ ਨੇ ਤਾਂ ਕਿ ਉਹ ਉੱਥੇ ਹੀ ਰਹਿਣ, ਉਹਦਾ ਨੁਕਸਾਨ ਵੀ ਨਾ ਹੋਵੇ ਤੇ ਪਲਾਂਟ ਵੀ ਗਰੋ ਹੋ ਜਾਏ। It creates a furrow through much covered soil, drops seeds and fertilizer and then closes it. In the process, soil is not left exposed to be eroded by wind and water. Thus, this technique allows multiple harvest without causing soil erosion. ਤੇ ਇਹ ਉਹ ਤਰੀਕਾ ਹੈਗਾ ਜਿਹਦੇ ਨਾਲ ਮਲਟੀਪਲ ਹਾਰਵੈਸਟ ਹੋ ਸਕਦੀ ਹੈ, ਸੋਇਲ ਇਰੋਡ ਦੀ ਜ਼ਰੂਰਤ ਹੀ ਨਹੀਂ ਪੈਂਦੀ, ਸੋਇਲ ਦੀ ਖਰਾਬੀ ਦੀ ਜ਼ਰੂਰਤ ਹੀ ਨਹੀਂ, ਇਰੋਡ ਹੀ ਨਹੀਂ ਹੁੰਦੀ ਸੋਇਲ, ਕਿਉਂਕਿ ਇਸ ਤਰ੍ਹਾਂ ਦਾ ਸੀਡਸ ਤੇ ਫਰਟੀਲਾਈਜ਼ਰਸ ਬਣਾਏ ਨੇ ਕਿ ਉਹਨੂੰ ਪੱਟਣ ਦੀ ਵੀ ਲੋੜ ਨਾ ਪਵੇ ਪਰ ਗਰੋਥ ਵੀ ਇਹੋ ਜਿਹੀ ਹੋ ਜਾਏ ਤਾਂ ਕਿ ਆਰਾਮ ਨਾਲ ਫਾਰਮਿੰਗ ਹੋ ਜਾਏ। ਨੈਕਸਟ ਇਜ਼ ਕਾਊਂਟਰ ਫਾਰਮਿੰਗ। ਦਿਸ ਇਜ਼ ਅ ਟੈਕਨੀਕ ਇਨ ਕੱਟ ਡਾਊਨ soil erosion in sloping lands. What is sloping land? What is sloping land? ਜਿਹੜਾ ਇਹੋ ਜਿਹਾ ਹੁੰਦਾ ਹੈ, ਪਹਾੜੀ ਬਣੀ ਹੁੰਦੀ ਹੈ, ਸਲੋਪ ਜਿਹੜਾ ਇਹੋ ਜਿਹਾ ਬਣਿਆ ਹੁੰਦਾ ਇਧਰ ਨੂੰ ਥੱਲੇ ਨੂੰ ਆਏ, sloping land. In this technique, plowing is done at the right angle of counter slope. Right angle ਕਿਹੜਾ ਹੁੰਦਾ ਹੈ? ਇਸ ਤਰ੍ਹਾਂ ਕਰਕੇ ਬੰਦਾ right angle, ਠੀਕ ਹੈ। counter slope ਮਤਲਬ ਇਸ ਤਰ੍ਹਾਂ ਫਾਰਮਿੰਗ ਹੁੰਦੀ ਹੈ ਕਿ right angle ਦੇ ਥਰੂ ਹੁੰਦੀ ਹੈ। Terracing is another version of counter farming which is utilized in still sleeper slopes. Broad terrace ਹੁੰਦੀ ਹੈ, terrace farming ਹੁੰਦੀ ਹੈ ਨਾ, ਦੇਖਿਆ ਨਾ ਕਈ ਵਾਰੀ terrace farming ਕੀ ਹੁੰਦੀ ਹੈ? ਨਹੀਂ, terrace farming ਹੁੰਦੀ ਹੈ ਜਿਹੜੇ ਲੈਂਡ ਏਰੀਆ ਹੁੰਦੇ ਅਲੱਗ-ਅਲੱਗ ਇੰਨੇ ਪਲਾਟ ਚ ਹੁੰਦੀ ਹੈ, ਫਿਰ ਥੋੜਾ ਜਿਹਾ ਉੱਤੇ, ਫਿਰ ਉਹਦੇ ਉੱਤੇ, ਫਿਰ ਉਹਦੇ ਉੱਤੇ, ਹਾਂ ਸਟੇਅਰਸ ਟਾਈਪ ਹੁੰਦੀ ਹੈ, ਉਹਨੂੰ ਬੋਲਦੇ ਆ terrace farming. Next is strip cropping. In strip cropping, a strip of earth alternates with strip of soil, conserving humus forming grasses and grass ligament mixture. Soil which is eroded from crop strip is retained by strips and undisturbed grasses. ठीक है, strip कर देने ने, इस तरह strip कर देने ताकि जिहड़ा top slow होया है, soil which is eroded from crop strip is retained by strip, ਜਿਹੜੀ erode ਹੋਈ ਹੈ ਸਭ ਤੋਂ ਟੌਪ ਤੋਂ ਉਹ ਰਿਟੇਨ ਹੋ ਜਾਏ, ਉਹ ਬਹਿ ਨਾ ਜਾਏ, ਇਸ ਤਰ੍ਹਾਂ ਉਹਨੂੰ ਇਸ ਤਰ੍ਹਾਂ ਕੰਜ਼ਰਵ ਕਰਦੇ ਨੇ। ਅਨਡਿਸਟਰਬਡ ਗ੍ਰਾਸਸ ਦੇ ਉੱਤੇ ਰਹਿੰਦੀ ਹੈ ਤਾਂ ਕਿ ਸਟ੍ਰਿਪ ਅਵੇ ਨਾ ਹੋਵੇ, ਜਿਹੜੀ ਸਭ ਤੋਂ ਉੱਤੇ ਪੱਟੀ ਗਈ। ਨੈਕਸਟ ਇਜ਼ afforestry. What is afforestry? Afforestry is ecological based dynamic natural resource management for agriculture production. It involves integration of trees. Integration of trees ਕੀ ਹੁੰਦਾ ਹੈ? ਜਿਹੜੇ ਮੇਜਰ ਟਰੀਜ਼ ਦੀ ਜ਼ਰੂਰਤ ਹੈ ਕਿਸੇ ਫੋਰੈਸਟ 'ਚ ਉਹਨੂੰ ਲਗਾਉਣਾ। ਡੀਫੋਰੈਸਟੇਸ਼ਨ ਹੁੰਦਾ ਕੱਟਣਾ, afforestation ਮਤਲਬ ਪੇੜਾਂ ਨੂੰ ਉਗਾਉਣਾ, ਠੀਕ ਹੈ। It is multidisciplinary approach which needs expertise in
एग्रोनॉमिस्ट, एनिमल केयर स्पैशलिस्ट, फॉरेस्टर, लैंडस्केप प्लानर। ਇਹ ਫਰਕ, ਇਹ ਸਾਰੇ ਜਿਹਨੇ ਫੋਰੈਸਟ ਆਫਿਸਰਸ ਜਿਹੜੇ ਫੋਰੈਸਟ ਕੇਅਰ ਡਿਪਾਰਟਮੈਂਟ 'ਚ ਹੋਣ, ਉਹਦੇ ਇਲਾਵਾ ਜਿਹੜੇ ਐਗਰੋ ਡਿਪਾਰਟਮੈਂਟ 'ਚ, ਐਗਰੀਕਲਚਰ ਡਿਪਾਰਟਮੈਂਟ 'ਚ ਹੋਣ, ਲੈਂਡਸਕੇਪ ਪਲਾਨਰ ਜਿਹੜੇ ਲੈਂਡਸਕੇਪ ਪਲੈਨਿੰਗ ਕਰ ਸਕਣ ਕਿ ਕਿਹੜੀ ਭੂਮੀ ਦੇ ਉੱਤੇ ਕਿਹੜੇ ਪੇੜ ਲਗਾਏ ਜਾਣ, ਕਿਹੜੀ ਭੂਮੀ ਤੇ ਕਿਹੜੇ ਬੀਜ ਉਗਾਏ ਜਾਣ, ਕਿੱਥੇ ਕਿਹੜੇ ਫਸਲ ਉਗਾਈ ਜਾਵੇ ਜਿਹਦਾ ਹਿਊਮਨਸ ਨੂੰ ਫਾਇਦਾ ਹੋਵੇ ਤੇ ਸੋਇਲ ਦੀ ਖਰਾਬੀ ਵੀ ਨਾ ਹੋਵੇ। ਇਹ ਫੋਰੈਸਟੇਸ਼ਨ ਯਾਨੀ ਕਿ ਪੇੜਾਂ ਨੂੰ ਉਗਾਉਣਾ, ਠੀਕ ਹੈ। ਅਲੱਗ-ਅਲੱਗ ਲੋਕਾਂ ਨੇ ਇਸ ਡਿਊਟੀ ਨੂੰ ਲਿਆ ਹੋਇਆ ਹੈ। ਕਈ ਫੋਰੈਸਟ ਡਿਪਾਰਟਮੈਂਟ ਦੇ ਨੇ, ਐਨੀਮਲ ਕੇਅਰ ਸਪੈਸ਼ਲਿਸਟ ਨੇ ਕਿ ਕਿਹੜੇ ਟਾਈਪ ਦੇ ਐਨੀਮਲ ਹੈਗੇ ਨੇ ਜਿਨ੍ਹਾਂ ਦੀ ਇੱਧਰ ਲੋੜ ਪੈਣੀ ਹੈ। ਉਹਦੇ ਇਲਾਵਾ ਲੈਂਡਸਕੇਪ ਪਲਾਨਰ ਨੇ, ਇਕਨੋਮਿਕ ਪਲਾਨਰ ਨੇ, ਸੋਇਲ ਐਨਾਲਿਸਟ। ਵਾਟ ਇਜ਼ ਸੋਇਲ ਐਨਾਲਿਸਟ? ਜਿਹੜੇ ਸੋਇਲ ਦੀ ਜਾਂਚ ਕਰਦੇ ਨੇ, ਸੋਇਲ ਨੂੰ ਉਹਨਾਂ ਨੇ ਪਲਾਸਟਿਕ ਦੇ ਬੈਗ ਰੱਖੇ ਹੁੰਦੇ ਨੇ, ਠੀਕ ਹੈ ਨਾ, ਉਹਨਾਂ ਦੇ ਸਾਇੰਟਿਸਟ ਹੁੰਦੇ ਨੇ। ਸੋਇਲ ਦਾ ਇੱਕ ਚੰਕ ਚੱਕਿਆ, ਭੂਮੀ ਦਾ ਇੱਕ ਟੁਕੜਾ ਲਿਆ, ਉਹਨੂੰ ਲੈਬ 'ਚ ਟੈਸਟਿੰਗ ਕਰਦੇ ਨੇ, ਠੀਕ ਹੈ। ਦੇ ਆਰ ਨੋਨ ਐਜ਼ ਸੋਇਲ ਐਨਾਲਿਸਟ ਕਿ ਸੋਇਲ ਦੀ ਟੈਸਟਿੰਗ ਕਰਦੇ ਨੇ। ਅਲੱਗ-ਅਲੱਗ ਉਹਨਾਂ ਕੋਲ ਅੰਦਰ ਮਸ਼ੀਨਾਂ ਹੁੰਦੀਆਂ ਨੇ ਜਿਹਦੇ ਉੱਤੇ ਸੋਇਲ ਦੀ ਟੈਸਟ ਹੁੰਦੀ ਕਿ ਇਹ ਸੋਇਲ ਦੇ ਵਿੱਚ ਕਿੰਨੀ ਪ੍ਰੋਡਕਟਿਵਿਟੀ, ਇਸ ਸੋਇਲ ਦੇ ਵਿੱਚ ਕਿੰਨੇ ਮਿਨਰਲ ਸਟਰੈਂਥ ਨੇ, ਇਸ ਸੋਇਲ ਨੂੰ ਕਿਹੜੀ ਚੀਜ਼ ਦੀ ਹੋਰ ਲੋੜ ਪਏਗੀ ਜਿਹਦੇ ਥਰੂ ਅਸੀਂ ਅੱਛੀ ਕ੍ਰੌਪ ਨੂੰ ਕਲਟੀਵੇਟ ਕਰ ਸਕੀਏ, ਪਲੱਸ ਟੌਪ ਸੋਇਲ ਖਰਾਬ ਨਾ ਹੋਵੇ, ਮਿਨਰਲਸ ਖਰਾਬ ਨਾ ਹੋਵੇ। In one of the afforestry systems, crops are harvested between rows of trees. ਕਈ ਵਾਰੀ ਤੁਸੀਂ ਦੇਖਿਆ ਹੋਣਾ ਰੋਜ਼ ਕੀ ਹੁੰਦਾ ਹੈ, ਪੂਰੀ ਲਾਈਨ ਬਣੀ ਹੁੰਦੀ ਪੇੜ, ਠੀਕ ਹੈ, rows of trees ਤੇ crops rows of trees ਦੇ ਵਿੱਚ ਹਾਰਵੈਸਟ ਕੀਤੀ ਜਾਂਦੀਆਂ ਨੇ। Trees not only just prevent soil erosion but also generate more humus. ਪੇੜਾਂ ਦੇ ਵਿਚਕਾਰ ਕੋਈ ਨਾ ਕੋਈ ਚੀਜ਼ ਨੂੰ ਉਗਾਇਆ ਜਾਂਦਾ ਹੈ, ਕਿਸੇ ਕ੍ਰੌਪ ਨੂੰ ਉਗਾਇਆ ਜਾਂਦਾ। ਉਹਦੇ ਨਾਲ ਕੀ ਹੁੰਦਾ, ਇੱਕ ਤੇ ਪੇੜਾਂ ਦੀ ਸ਼ੇਡ ਮਿਲ ਜਾਂਦੀ ਹੈ, ਪਲੱਸ ਪੇੜ ਜਿਹੜੇ ਨਿਊਟ੍ਰੀਐਂਟ ਹੈਗੇ ਨੇ, ਜਦੋਂ ਬਾਰਿਸ਼ ਹੋਏਗੀ ਪੇੜ ਦੇ ਵਿੱਚ ਦੇ ਥਰੂ ਵੀ ਜਿਹੜੇ ਨਿਊਟ੍ਰੀਐਂਟ ਨੇ ਉਹ ਵੀ ਸੋਇਲ ਨੂੰ ਮਿਲਣਗੇ ਤਾਂ ਕਿ ਉਸ ਕ੍ਰੌਪ ਦੀ ਅੱਛੀ ਉਗਾਈ ਹੋਏ, ਅੱਛੀ ਸਿੰਚਾਈ ਹੋਏ। ਦੇ ਆਲਸੋ ਪ੍ਰੋਵਾਈਡ ਸ਼ੇਡ ਐਂਡ ਕੂਲਰ এনवायरमेंट। ਉਹੀ ਚੀਜ਼ ਮੈਂ ਤੁਹਾਨੂੰ ਦੱਸੀ ਸੀ ਕਿ ਸ਼ੇਡ ਵੀ ਮਿਲੇਗੀ ਕ੍ਰੌਪ ਨੂੰ, ਠੀਕ ਹੈ, ਨਾਲ ਇੱਕ ਕੂਲਰ এনवायरमेंट ਮਿਲੇਗਾ। To shade loving plants and animals, thus increase agricultural productivity. Naturally agricultural productivity increase ਹੋਏਗੀ ਉਹਦੇ ਨਾਲ। ਜਦੋਂ ਪੇੜਾਂ ਦੇ ਬਿਲਕੁਲ ਵਿਚਕਾਰ ਸੈਂਟਰ 'ਚ ਕ੍ਰੌਪ ਉਗਾਈ ਜਾਏਗੀ ਤੇ ਕੀ ਹੋਏਗਾ, ਇੱਕ ਤੇ ਪੇੜਾਂ ਦੀ ਸ਼ੇਡ ਮਿਲੇਗੀ। ਜਦੋਂ ਮੀਂਹ ਪਏਗਾ ਤੇ ਜਿਹੜੇ ਪੇੜਾਂ ਦੇ ਥਰੂ ਦੇ ਨਿਊਟ੍ਰੀਐਂਟਸ ਖਿੱਚੇ ਜਾਣਗੇ ਉਹ ਵੀ ਤੇ ਉਸ ਸੋਇਲ 'ਚ ਜਾਣਗੇ ਤੇ ਨੈਚੁਰਲੀ ਉਹ ਪਲਾਂਟ ਹੋਰ ਵੀ ਵਧੀਆ ਉੱਗੇਗਾ। Afforestry is not only concerned about enhanced economic benefits to landholder but also increase socio-cultural and environmental benefits to farming communities. Socio-cultural, ਉਹ ਕੋਈ ਨਾ ਕੋਈ ਆਪਣਾ ਫੈਸਟੀਵਲ, ਕਈ ਵਾਰੀ ਮੂਵੀ 'ਚ ਤੁਸੀਂ ਦੇਖਿਆ ਕੋਈ ਨਾ ਕੋਈ ਉਹ ਫੈਸਟੀਵਲ ਮਨਾਉਂਦੇ ਰਹਿੰਦੇ ਨੇ ਫਾਰਮਰਸ, ਠੀਕ ਹੈ, ਉਹਨਾਂ ਦਾ ਸੋਸ਼ੀਓ ਕਲਚਰਲ ਵੀ ਇੱਕ ਦੂਸਰੇ ਨਾਲ ਮੇਲ ਜੋਲ ਵੀ ਵੱਧਦਾ ਹੈ, ਠੀਕ ਹੈ, ਪਲੱਸ ਅੱਛੀ ਤਰ੍ਹਾਂ ਦੀ ਇਕਨੋਮਿਕ ਇਨਵਾਇਰਨਮੈਂਟ ਉਹਨਾਂ ਦਾ ਬਣਦਾ। ਇਨਵਾਇਰਨਮੈਂਟ ਨੂੰ ਵੀ ਬੈਨੀਫਿਟ ਹੈ, ਪੇੜ ਵੀ ਹੈ ਤੇ ਕ੍ਰੌਪ ਵੀ ਹੈਗੀ। ਇਹ ਫੋਰੈਸਟੇਸ਼ਨ ਇਜ਼ ਦ ਮੋਸਟ ਬੈਨੀਫੀਸ਼ੀਅਲ ਫॉर ਇਨਵਾਇਰਨਮੈਂਟ। ਜਿੰਨੇ ਜ਼ਿਆਦਾ ਪੇੜ ਹੋਣਗੇ ਇਨਵਾਇਰਨਮੈਂਟ ਨੂੰ ਉਨਾ ਹੀ ਫਾਇਦਾ ਹੈ। Dam check. What is dam check? All the above soil conservation methods are applicable only for this enough moisture in the soil. Check dams are barriers constructed across seasonal stream. Barriers could machinery work, loose stone of barrier. ਹੁਣ ਜਦੋਂ dams ਦੀ checking ਹੋਣੀ ਬਹੁਤ ਜ਼ਰੂਰੀ ਹੈ। ਕਿਉਂ dam ਦੀ checking ਹੋਣੀ ਜ਼ਰੂਰੀ ਹੈ? Created by shrubs and gas. Check ये देखो dams बने हैं। Check dams reduce velocity of run of water flow, thus preventing soil erosion. A check dam also helps in recharge of groundwater and allows cleaner water to flow downstream. ਜਿਹੜੇ ਡੈਮ ਬਣੇ ਨੇ ਉਹਦੇ ਆਸ-ਪਾਸ ਦਾ ਜਿਹੜਾ ਪਾਣੀ ਦਾ ਏਰੀਆ ਉਹਨੂੰ ਚੈੱਕ ਕਰਨ ਦੀ ਜ਼ਰੂਰਤ ਪੈਂਦੀ ਹੈ। ਸ਼ਰਬਸ ਤੇ ਟਰੀਜ਼ ਨਾਲ ਕਿਤੇ ਕੁਝ ਪ੍ਰੋਬਲਮ ਤਾਂ ਨਹੀਂ ਆ ਰਹੀ ਹੈ, ਅਗਰ ਕੁਝ ਪ੍ਰੋਬਲਮ ਹੈ ਉਹਨੂੰ ਸਾਫ਼ ਕਰੋ, ਗਰਾਊਂਡ ਵਾਟਰ ਲੈਵਲ ਠੀਕ ਰਹੇ, ਸਾਫ਼ ਰਹੇ, ਸਿੰਚਾਈ ਦਾ ਪਾਣੀ ਠੀਕ ਹੈ ਕਿ ਨਹੀਂ, ਨਹਿਰੀ ਵਿਭਾਗ ਡਿਪਾਰਟਮੈਂਟ ਦੀ ਹੈ ਜ਼ਿੰਮੇਵਾਰੀ ਹੁੰਦੀ ਹੈ, ਠੀਕ ਹੈ, ਤਾਂ ਕਿ ਇਸ ਚੀਜ਼ ਦੇ ਉੱਤੇ ਚੈੱਕ ਕੀਤਾ ਜਾਏ। Check dam made from masonry work and loose stones. ਇੱਕ masonry work, ਠੀਕ ਹੈ, ਕਿਸੇ ਮਿਸਤਰੀ ਨੇ ਬਣਾਇਆ ਤੇ ਇਹ loose stones ਤੋਂ ਬਣਿਆ ਹੋਇਆ। ਸਮਝ ਆ ਗਈ? ਪੱਕਾ?